सफलता पवित्रता इसी करके है शब्द बोले जावे। तुमरी करो नित्यास प्रभु मोए कब जानना होगे।
गल लावेंगे संभाल को दयान पिता समझावेंगे किन किन भूल बिगाड़ जगत पित भावेंगे तुम्हारी करो नित्यास पर्व मोय कब
समझावेंगे जगत भावेंगे हर भावेंगे दूजी नहीं और जिस पर हम जावेंगे ज्योति ज्योत मिलाए ज्योत रल जावेंगे पर आप है कृपाल आप लिवलावेंगे जन नानक चरण द्वार हर लाज रखावेंगे नहीं करता या सांझी कदम हर दर्शन की आशा उड़ो न कागा कारे देख लीजै अपने राम प्यारे कहत कबीर जीवन पद कारण हर की भक्त करीजै एक आधार नाम नारायण रसना राम रवीजै करता या संजी कदम शरण विचारो मन रे शरण विचारो मन रे
ਵੇ ਸਰਬ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਨ ਕਰਦੀ ਉਧਰੀ, ਤਾਂ ਕਉ ਜਸ ਉਰ ਧਾਰੋ। ਸਤਿਕਾਰਯੋਗ ਸਾਧ ਸੰਗਤ ਆਪਣੇ ਮਨ ਬੀਤੀਆਂ ਨੇ ਬਾਜ ਮੁਕਤਾ ਤੋਂ ਰੋਕ ਕੇ ਗੁਰੂ ਚਰਨਾਂ ਨਾਲ ਜੋੜ। ਉਹ ਤਿੰਨ ਸੁਨਹਿਰੀ ਅਸੂਲ ਅਮਲ ਵਿੱਚ ਲਿਆ। ਸ਼ਰਧਾ, ਨਿਰਵਾਣਤਾ और चित्त की एकाग्रता। हरि जस करो इस द्वारा और सुन। श्रोता चार किस्म के मन्ने हैं। खुली डुली बोली विच एक तां सूंघे, दूजे खूंगे, तीजे ऊंघे, चौथे चूंघे। ਇਹ ਖੁੱਲੇ ਲਫ਼ਜ਼ਾਂ ਵਿੱਚ ਇਹਦਾ ਮਤਲਬ ਕਿ ਦਰਅਸਲ ਸਰੋਤ ਤਾਂ ਇੱਕੋ ਹੀ ਹੁੰਦਾ ਹੈ। ਇਹਦੇ ਲੱਛਣ ਪਹਿਲੇ ਦੱਸੇ ਹਨ। ਕੁਝ ਕੁ ਸਮਝਾਉਣ ਵਾਸਤੇ ਸੂੰਘੇ ਕਿਹਨਾਂ ਨੂੰ ਕਹਿੰਦੇ ਨੇ? ਸੂੰਘੇ ਤਾਂ ਉਹ ਹਨ ਦੂਰੋਂ ਖੜ ਕੇ ਦੇਖਣਾ, ਨਿਗਾਹ ਇੱਧਰ ਉੱਧਰ ਦੜਾ ਕੇ ਇਤਨੀ ਸੰਗਤ ਹੈ, ਇਹ ਕੁਛ ਹੈ, ਇਹ ਕੁਛ ਹੈ, ਇਹ ਕੁਛ। ਦੂਰੋਂ ਸੁੰਘ ਸੰਘਾ ਕੇ 2-4 ਮਿੰਟ ਮੁੜ ਜਾਣਾ, ਉਹਨੂੰ ਸੁੰਘੇ ਕਹਿੰਦੇ ਨੇ। ਸੁੰਘ ਕੇ ਮੁੜ ਗਏ। ਦਰਅਸਲ ਉਹ ਸਰੋਤੇ ਨਹੀਂ। ਸੋ ਦੱਸਣ ਵਾਸਤੇ ਉਹਨਾਂ ਨੂੰ ਵੀ ਇਹੋ ਜਿਹੇ ਲੋਕਾਂ ਨੂੰ ਸੁੰਘੇ ਕਿਹਾ, ਸਰੋਤਿਆਂ 'ਚ ਨਹੀਂ ਉਹਨਾਂ ਦਾ ਦਰਜਾ। ਖੈਰ, ਦੂਜੇ ਫਾਇਦਾ ਇਹ ਹੁੰਦਾ ਹੈ ਗੁਰੂ ਮਹਾਰਾਜ ਨੂੰ ਨਮਸਕਾਰ ਕਰਕੇ ਜਿੱਥੇ ਥਾਂ ਮਿਲਦਾ ਹੈ ਆਰਾਮ ਨਾਲ ਸੇਵਾਦਾਰਾਂ ਦੇ ਇਸ਼ਾਰੇ ਮਾਤਰ ਨਾਲ ਉੱਥੇ ਉੱਥੇ ਬੈਠ ਜਾਣਾ ਚਾਹੀਦਾ। ਅੱਗੇ ਜਿੱਥੇ ਥਾਂ ਨਹੀਂ, ਤੰਗੀ ਹੈ, ਉੱਥੇ ਤੁਸਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਇਸ ਦਾ ਨਤੀਜਾ ਅੱਛਾ ਨਹੀਂ। ਆਪਣਾ ਖਿਆਲ ਤਾਂ ਕੀ ਟਿਕਣੇ, ਦੂਜਿਆਂ ਨੂੰ ਵੀ ਵਿਖੇਪ ਪੈਦਾ ਕਰਨਾ ਹੋਇਆ ਕਰ। ਤਾਂ ਤੇ ਜਿੱਥੇ ਥਾਂ ਮਿਲਦਾ ਉੱਥੇ ਬੈਠ ਜਾਣਾ ਚਾਹੀਦਾ। ਅੱਗੇ ਪਿੱਛੇ ਦਾ ਸਵਾਲ ਫਿਰ ਛੱਡ ਦੇਣਾ ਚਾਹੀਦਾ। ਜਿਸ ਦੇ ਚਿੱਤ ਵਿੱਚ ਇਹ ਸ਼ੌਕ ਹੈ ਵੀ ਅੱਗੇ ਹੋ ਕੇ ਬੈਠੀਏ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਨੇੜੇ ਨੇੜੇ, ਉਹ ਪਹਿਲਾਂ ਆਉਣ ਦੀ ਕੋਸ਼ਿਸ਼ ਉਹਨਾਂ ਨੂੰ ਕਰਨੀ ਚਾਹੀਦੀ। ਉਹਨਾਂ ਨੂੰ ਅੱਗੇ ਜਗ੍ਹਾ ਮਿਲ ਜਾਂਦੀ। ਖੈਰ, ਨਮਸਕਾਰ ਕਰਕੇ ਜਿੱਥੇ ਥਾਂ ਮਿਲ ਗਿਆ ਬੈਠ ਗਿਆ। ਕਈ ਅਣਜਾਣ ਜਿਨ੍ਹਾਂ ਦਾ ਦਿਲ ਨਹੀਂ ਲੱਗਦਾ, ਕਿਉਂਕਿ ਦਿਲ ਲਗਾਉਣ ਦੀ ਇੱਛਾ ਚਿੱਤ ਵਿੱਚ ਹੈ ਨਹੀਂ, ਉਹ ਬਣਾਉਟੀ ਖੰਘ ਬਣਾ ਲੈਂਦੇ ਨੇ, ਖੁੰਘੇ ਖੁੰਘਣ ਲੱਗ ਪੈਂਦੇ ਆ। ਦਰਅਸਲ ਅੰਦਰੋਂ ਮਨ ਚੰਚਲਤਾ ਹੀ ਕਰਦਾ, ਟਿਕਦਾ ਨਹੀਂ। ਸੋ ਇਉਂ ਕੁਛ ਆਪਣੇ ਵਕਤ ਨੂੰ ਤੇ ਦੂਸਰਿਆਂ ਦੇ ਸਮੇਂ ਨੂੰ ਜ਼ਾਇਆ ਕਰਨ ਵਾਲੇ ਲੋਕ, ਉਹਨੂੰ ਖੁੰਘੇ ਕਹੇ, ਦਰਅਸਲ ਉਹ ਵੀ ਸਰੋਤੇ ਨਹੀਂ ਹਨ। ਤੀਸਰੇ ਉਂਘੇ ਆ ਕੇ ਉਂਘਣ ਲੱਗ ਪੈਣਾ। ਜ਼ਿਆਦਾ ਦੇਰ ਤੱਕ ਬੈਠਣਾ ਹੋਵੇ ਸਤਸੰਗ ਵਿੱਚ, ਕਈ ਅਣਜਾਣ ਲੋਕਾਂ ਨੂੰ ਉਂਘ ਨੀਂਦ ਆ ਜਾਇਆ ਕਰਦੀ ਹੈ। ਸੋ ਉਹਨਾਂ ਨੂੰ ਉਂਘੇ ਦਰਅਸਲ ਇੱਕ ਹੋਰ ਕਿਸਮ ਦੀ ਉਂਘ ਵੀ ਹੈ, ਨੈਨੋ ਨੀਂਦ ਪਰਦਿਸ਼ਟ ਵਿਕਾਰ। ਜਿਹੜਾ ਖਿਆਲ ਅੰਤਰਮੁਖ ਨਾ ਕਰਨਾ ਜਾਂ ਗੁਰੂ ਸਰੂਪ ਦੇ ਧਿਆਨ ਵਿੱਚ ਨਾ ਜੋੜਨਾ, ਇੱਧਰ ਉੱਧਰ ਦੇਖੀ ਜਾਣਾ, ਸੋ ਉਹਨੂੰ ਵੀ ਉਂਘੇ ਕਿਹਾ ਜਾਂਦਾ ਹੈ। ਯਾਨੀ ਉਹ ਵੀ ਮਾਨੋ ਹਰੀ ਜਸ ਵੱਲੋਂ ਸੁੱਤਾ ਪਿਆ ਹੋਇਆ, ਕਿਉਂਕਿ ਉੱਧਰ ਜਾਗ ਨਹੀਂ ਰਿਹਾ, ਜਾਗ ਦੂਸਰੇ ਪਾਸੇ ਰਿਹਾ, ਉਹਦਾ ਖਿਆਲ ਦੂਸਰੇ ਪਾਸੇ। ਉਹ ਵੀ ਸਰੋਤੇ ਨਹੀਂ ਕਹੇ ਜਾਂਦੇ। ਸਰੋਤੇ ਤਾਂ ਉਹ ਹਨ ਜਿਹਨਾਂ ਨੂੰ ਕਹਿੰਦੇ ਚੁੰਘੇ। ਇੰਨੀ ਚਿੱਤ ਬੇਤੀ ਹਰੀ ਜਸ ਲੀਨ ਹੋ ਜਾਏ
ਉਹਦਾ ਰੂਪ ਹੀ ਬਣ ਜਾਏ। ਕਿਉਂਕਿ ਚਿੱਤ ਬਿਰਤੀ ਕਹੀ ਜੀ ਦ੍ਰਿਵੀਭੂਤ ਚੀਜ਼ ਹੈ, ਜਿਸ ਚੀਜ਼ ਦਾ ਬੜੇ ਪਿਆਰ ਨਾਲ ਚਿੰਤਨ ਕਰਦੇ ਉਹਦਾ ਰੂਪ ਹੀ ਬਣ ਜਾਇਆ ਕਰਦੀ ਹੈ। ਸੁਖ ਸਰੂਪ ਪਦਾਰਥ ਹੈ, ਇਹਨੇ ਸੁਖ ਸਰੂਪ ਬਣ ਜਾਣਾ, ਦੁੱਖ ਰੂਪ ਇਹਨੇ ਦੁਖੀ ਹੋ ਜਾਣਾ। ਇਸ ਕਰਕੇ ਵਾਹਿਗੁਰੂ ਜੋ ਕਿ ਆਨੰਦ ਦਾ ਸਮੁੰਦਰ ਹੈ, ਬਿਰਤੀ ਉਸਦੇ ਜਸ ਵਿੱਚ ਲੀਨ ਹੋ ਕੇ ਉਸਦਾ ਰੂਪ ਹੀ ਬਣ ਜਾਏ ਤੇ ਦੇਸ਼ ਕਾਲ ਭੁੱਲ ਜਾਏ। ਦੇਸ਼ ਕੀ ਕਿਹੜੇ ਥਾਵਾਂ ਬੈਠਾ, ਕਾਲ ਕਿਤਨਾ ਸਮਾਂ ਗੁਜ਼ਰ ਗਿਆ ਹੈ, ਵਸਤੂ ਕਿਹੜੀ ਕਿਹੜੀ ਚੀਜ਼ ਮੇਰੇ ਨੇੜੇ ਤੇੜੇ ਹੈ। ਦੇਸ਼ ਕਾਲ ਵਸਤੂ ਨੂੰ ਭੁੱਲ ਕੇ ਆਪਣੇ ਸਰੀਰ ਦੀ ਵੀ ਬੇਖਬਰੀ ਹੋ ਜਾਏ, ਇੰਨੀ ਸੁਰਤ ਹਰੀ ਜਸ ਵਿੱਚ ਜੁੜ ਜਾਏ। ਉਹ ਅਸਲ ਅਵਲ ਨੰਬਰ ਦਾ ਸਰੋਤਾ ਹੈ, 100 ਚੋਂ 100 ਨੰਬਰ ਲੈਂਦਾ ਹੈ। ਉਸ ਨੂੰ ਉਹ ਸੁਖ ਜਿਸ ਨੂੰ ਭਜਨ ਦਾ ਸੁਖ ਕਿਹਾ ਹੈ, ਜੋ ਭਗਤਾਂ ਨੂੰ ਪ੍ਰਾਪਤ ਹੈ, ਵਸ਼ ਉਸੇ ਵਕਤ ਪ੍ਰਾਪਤ ਹੋ ਜਾਂਦਾ ਹੈ। ਤਾਂ ਤੇ ਇਹੋ ਜਿਹੇ ਸਰੋਤੇ ਬਣਨਾ ਚਾਹੀਦਾ ਹੈ। ਸ਼ਰਧਾ ਚਿੱਤ ਵਿੱਚ ਲਿਆਓ, ਗੁਰੂ ਦੀ ਬਾਣੀ ਬਾਬਤ ਜੋ ਕੁਛ ਸਾਨੂੰ ਹੁਕਮ ਹੋ ਰਿਹਾ ਹੈ, ਯਥਾਰਥ ਸਾਡੇ ਫਾਇਦੇ ਵਾਸਤੇ ਹੋ ਰਿਹਾ ਹੈ। ਦੂਸਰੇ ਚਿੱਤ ਵਿੱਚ ਕਿਸੇ ਕਿਸਮ ਦਾ ਮਾਣ ਤਾਣ ਨਹੀਂ ਹੋਣਾ ਚਾਹੀਦਾ। ਹਕੂਮਤ ਦਾ, ਰਾਜ ਮਦ, ਧਨ ਮਦ, ਜਵਾਨੀ ਮਦ, ਰੂਪ ਮਦ, ਵਿਦਿਆ ਮਦ ਆਦਿ ਸਭ ਖਾਲੀ ਕਰ ਦੋ ਮਨ ਹਰੀ ਜਸ ਵਾਸਤੇ। ਤੇ ਤੀਸਰਾ ਚਿੱਤ ਦੀ ਇਕਾਗਰਤਾ, ਚਿੱਤ ਨੂੰ ਟਿਕਾ ਕੇ ਯਾਨੀ ਹੋਰ ਪਾਸੋਂ ਖਿਆਲ ਨੂੰ ਰੋਕ ਕੇ ਰਚਨਾ ਕਰਕੇ ਸ਼ਬਦ ਵਿੱਚ ਬੋਲੋ। ਕੰਨਾਂ ਨੂੰ ਸੁਣਨ ਵੱਲ ਲਗਾ ਦਿਓ। ਨੇਤਰ ਗੁਰੂ ਸਰੂਪ ਦੇ ਧਿਆਨ ਵਿੱਚ ਲਗਾਓ। ਅੰਤਰੀਵ ਜਾਂ ਬਾਜ, ਜਿਹਨਾਂ ਨੂੰ ਅੰਤਰ ਮੁਖ ਕਰਨ ਦਾ ਸੁਭਾਵ ਹੈ, ਉਹ ਤਾਂ ਅੰਤਰੀਵ ਨੇਤਰ ਮੀਟ ਕੇ ਅੰਦਰ ਹੀ ਆਪਣੀ ਸੁਰਤ ਨੂੰ ਜੋੜਨ। ਜਿਹਨਾਂ ਨੂੰ ਐਸਾ ਨਹੀਂ, ਉਹ ਬਾਜ ਮੁਖ ਦੁਆਰਾ ਗੁਰੂ ਸਰੂਪ ਵੱਲ ਤੱਕਦੇ ਰਹੋ, ਇੱਧਰ ਉੱਧਰ ਖਿਆਲ ਨੂੰ ਨਾ ਜਾਣ ਦਿਓ। ਬੁੱਧ ਨੂੰ ਵਿਚਾਰ ਕਰਨ ਵੱਲ ਲਗਾ ਦਿਓ। ਇਉਂ ਮਨ ਟਿਕੇਗਾ, ਮਨ ਇਕਾਗਰ ਹੋਏਗਾ, ਤੁਰਤ ਸੁਖ ਸ਼ਾਂਤੀ ਵੀ ਪ੍ਰਾਪਤ ਹੋਏਗੀ। ਜੋ ਵਿਚਾਰ ਹੈ ਗੁਰੂ ਬਾਬਾ ਜੀ ਦੀ ਸਿੱਖਿਆ ਹੈ, ਟੀਚਿੰਗ ਆਫ ਗੁਰੂ ਨਾਨਕ ਹੈ, ਉਸ ਦਾ ਸਾਨੂੰ ਪੂਰਾ ਪੂਰਾ ਲਾਭ ਵੀ ਪ੍ਰਾਪਤ ਹੋਏਗਾ। ਲੋਕ ਫੇਲੇ ਹੋਣ ਦਾ ਸਾਨੂੰ ਮੌਕਾ ਮਿਲੇਗਾ। ਸੋ ਇਉਂ ਇਹੋ ਜਿਹੇ ਸਰੋਤੇ ਹੋ ਕੇ ਹਰੀ ਜਸ ਕਰੋ ਤੇ ਸੁਣੋ। ਹਾਂ, ਹੁਣ ਧਿਆਨ ਦਿਓ। ਪਿਛਲਾ ਪ੍ਰਸੰਗ ਗੁਰੂ ਤੇਗ ਬਹਾਦਰ ਮਹਾਰਾਜ ਫਰਮਾਉਂਦੇ ਹਨ, ਵਾਹਿਗੁਰੂ ਅੰਤਰਯਾਮੀ ਦੀ ਸ਼ਰਨ ਵਿੱਚ ਗਿਰਿਆ ਤਮਾਮ ਦੁੱਖਾਂ ਪਾਪਾਂ ਦੀ ਨਿਵਰਤੀ ਹੁੰਦੀ ਹੈ ਜੀਵ ਦੀ। ਇਸ ਵਿਸ਼ੇ ਤੇ ਸ਼ਬਦ ਉਚਾਰਨ ਕਰ ਰਹੇ ਹਨ ਔਰ ਉਸਦੇ ਵਿੱਚ 4 ਉਦਾਹਰਣ ਦਿੰਦੇ ਹਨ। 4 ਮਿਸਾਲਾਂ ਰੱਖੀਆਂ ਗੁਰੂ ਜੀ ਨੇ। ਪਹਿਲੇ ਗਨਕਾ ਦੀ ਮਿਸਾਲ ਰੱਖੀ ਹੈ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਨਕਾ ਸੀ ਉਧਰੀ, ਤਾਂ ਕੋ ਜਸ ਪੁਰ ਧਾਰੋ। ਸਤੁੰ ਦੇ ਸੰਤਾਂ ਨੇ ਤੋਤਾ ਗਨਕਾ ਪਾਪਣ ਸਾਰੀ, ਸੰਤਾਂ ਨੇ ਤੋਤਾ ਗਨਕਾ ਪਾਪਣ ਸਾਰੀ।
ਭਾਈ ਸਾਹਿਬ ਭਾਈ ਗੁਰਦਾਸ, ਜਿਨ੍ਹਾਂ ਦੀ ਰਚਨਾ ਗੁਰਬਾਣੀ ਦੀ ਕੁੰਜੀ ਮੰਨੀ ਗਈ। ਗੁਰੂ ਘਰ ਦੇ ਵੇਦ ਵਿਆਸ ਥੋੜੇ ਅੱਖਰਾਂ ਵਿੱਚ ਗਨਕਾ ਦਾ ਪ੍ਰਸੰਗ ਇਉਂ ਰੱਖਦੇ ਹਨ। ਗਨਕਾ ਪਾਪਣ ਹੋਏ ਕੇ ਪਾਪਾਂ ਦਾ ਗਲ ਹਾਰ ਭਰੋਸਾ, ਮਹਾਂਪੁਰਖ ਅਚਾਨਚਕ ਗਨਕਾ ਵਾੜੇ ਆਏ ਖਲੋਤਾ, ਦੁਰਮਤ ਦੇਖ ਦਇਆਲ ਹੋਏ ਹੱਥੋਂ ਦਿੱਤੋ ਤਿਸਨੂੰ। ਕੱਲ ਇਹ ਪ੍ਰਸੰਗ ਸ਼ੁਰੂ ਕੀਤਾ ਸੀ। ਕਿਸੇ ਸ਼ਹਿਰ ਦੇ ਵਿੱਚ ਇੱਕ ਗਨਕਾ ਵੇਸਾ ਰਹਿੰਦੀ ਹੈ। ਉਹਨਾਂ ਦੇ ਘਰ ਦਾ ਜਨਮ ਉਹ ਜੇ ਕਰਤੱਵ। ਕਿੰਨੇ ਪਾਪ ਕੀਤੇ ਜਿਨ੍ਹਾਂ ਦਾ ਹਿਸਾਬ ਕੁਛ ਨਹੀਂ, ਕਿਉਂਕਿ ਇਹ ਜੇ ਥਾਂ ਹੀ ਵਾਸਤਾ ਸੀ। ਪਰ ਉਸਦੇ ਚਿੱਤ ਵਿੱਚ ਕਈ ਦਫਾ ਇਹੋ ਜਿਹੇ ਖਿਆਲ ਆ ਕੇ ਉਸਦੇ ਚਿੱਤ ਨੂੰ ਬੇਬਲ ਕਰ ਦਿਆ ਕਰਦੇ। ਮਨੁੱਖਾਂ ਦੇ 184 ਜੂਨ ਵਿੱਚੋਂ ਬਾਦਸ਼ਾਹ ਦੇਹੀ ਪ੍ਰਾਪਤ ਹੋਈ। ਇਹ ਵਾਹਿਗੁਰੂ ਦੇ ਭਜਨ ਵਾਸਤੇ ਮਿਲੀ। ਇਸ ਨੂੰ ਪਾ ਕੇ ਤੇਰੀ ਜ਼ਿੰਦਗੀ ਦਾ ਰਾਹ ਇਹੋ ਜਿਹੇ ਪਾਸੇ ਪਤਾ ਨਹੀਂ ਕਿਹੜੇ ਹੋਰ ਨਰਕਾਂ ਵਿੱਚ ਤੈਨੂੰ ਲੈ ਜਾਣ। ਇਹੋ ਜਿਹੇ ਖਿਆਲਾਤ ਆ ਕੇ ਉਸਦੇ ਚਿੱਤ ਨੂੰ ਬੇਬਲ ਕਰ ਦਿਆ ਕਰਦੇ ਸਨ। ਇਹ ਕਿਉਂ ਸੀ? ਇਹ ਪ੍ਰਤੀਤ ਹੁੰਦਾ ਪਿਛਲੇ ਜਨਮ ਦਾ ਉਸਦਾ ਕੋਈ ਭਜਨ ਬੰਦਗੀ ਕੀਤਾ ਹੋਇਆ, ਉਸਦੇ ਹਿਰਦੇ ਰੂਪੀ ਧਰਤੀ ਦੇ ਵਿੱਚ ਉਸ ਭਗਤੀ ਦਾ ਅੰਕਰ ਬੀਜ ਪਿਆ ਹੋਇਆ ਸੀ। ਉਹ ਉੱਗਣ ਦੀ ਕੋਸ਼ਿਸ਼ ਕਰਦਾ ਸੀ। ਜ਼ਮੀਨ ਵਿੱਚ ਕਿਸੇ ਜੜੀ ਬੂਟੀ ਦਾ ਬੀਜ ਪਿਆ ਹੋਵੇ, ਉਹ ਉੱਗਣ ਦੀ ਕੋਸ਼ਿਸ਼ ਕਰਿਆ ਕਰਦਾ। ਜ਼ਮੀਨ ਜੜੀ ਬੂਟੀ ਦੇ ਬੀਜ ਨੂੰ ਰੱਖਦੀ ਨਹੀਂ, ਇਹ ਫਾਇਦਾ। ਪਰ ਉੱਗਦਾ ਉਦੋਂ ਹੈ ਜਦੋਂ ਉਸਨੂੰ ਪਾਣੀ ਆ ਜਾਏ, ਬਾਰਿਸ਼ ਪੈ ਜਾਵੇ। ਉਤਨੀ ਦੇਰ ਤੱਕ ਨਹੀਂ ਉੱਗਿਆ ਕਰਦਾ। ਇਸੀ ਤਰ੍ਹਾਂ ਇਹ ਵੀ ਹਾਲਤ। ਉਸਦੇ ਚਿੱਤ ਵਿੱਚ ਪਿਛਲੇ ਜਨਮ ਦਾ ਅੰਕਰ ਕੋਈ ਭਗਤੀ ਦਾ ਪਿਆ, ਜਿਹੜਾ ਉਸਦੇ ਚਿੱਤ ਨੂੰ ਇਉਂ ਪ੍ਰੇਰਦਾ ਸੀ। ਪਰ ਇਹੋ ਜਿਹੇ ਖਿਆਲਾਤ ਆ ਕੇ ਉਛਾਲੇ ਜਿਹੇ ਪੈਦਾ ਹੋ ਕੇ ਫਿਰ ਉੱਥੇ ਦਬ ਜਾਂਦੇ ਸਨ। ਕਿਉਂ? ਮਦਦ ਨਹੀਂ ਮਿਲ ਰਹੀ ਸੀ। ਜਿਵੇਂ ਲੰਗੜਾ ਗਧਾ ਹੋਵੇ, ਜਿਲਣ ਵਿੱਚ ਫਸ ਗਿਆ ਹੋਵੇ, ਟੰਗਾ ਮਾਰਦਾ ਹੈ, ਨਿਕਲਣ ਦੀ ਕੋਸ਼ਿਸ਼ ਕਰਦਾ, ਲੇਕਿਨ ਹੋਰ ਧਸੀਂ ਜਾਂਦਾ। ਕਿਉਂਕਿ ਜਿਲਣ ਦਾ ਸੁਭਾਅ ਹੁੰਦਾ ਹੈ, ਜਿਹੜਾ ਉਹਦੇ ਵਿੱਚ ਧਸ ਗਿਆ, ਜਿੰਨੀ ਦੇਰ ਤੋਂ ਕੋਈ ਹੋਰ ਨਾ ਫੜ ਕੇ ਖਿੱਚ ਕੱਢੇ, ਹੋਰ ਧਸੀਂ ਜਾਂਦਾ ਹੁੰਦਾ ਉਹਦਾ ਸੁਭਾਅ। ਇਹੋ ਜਿਹੀ ਹਾਲਤ ਹੀ ਇਸ ਦੀ ਹੈ। ਪਰ ਇਹ ਵੀ ਲਾਜ਼ਮੀ ਗੱਲ ਹੈ, ਜ਼ਰੂਰੀ ਗੱਲ ਹੈ। ਜਿਸ ਦਾ ਪੂਰਬਲੇ ਜਨਮਾਂ ਦਾ ਕੋਈ ਭਗਤੀ ਦਾ ਅੰਕਰ ਹਿਰਦੇ ਵਿੱਚ ਪਿਆ ਹੋਇਆ ਹੈ, ਉਸ ਨੂੰ ਸਤਸੰਗ ਵੀ ਅਵਸ਼ ਪ੍ਰਾਪਤ ਹੁੰਦਾ ਹੈ, ਮਹਾਂਪੁਰਖ ਦਾ ਮਿਲਾਪ ਵੀ ਜ਼ਰੂਰ ਹੁੰਦਾ ਹੈ। ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟੇ ਪੁਰਖ ਰਸਕ ਵੈਰਾਗੀ ਜ਼ਰੂਰੀ ਹੈ। ਸੋ ਕਰਕੇ ਕੁਛ ਸਮਾਂ ਗੁਜ਼ਰਦਾ ਚਲਾ ਗਿਆ। ਉਹ ਸ਼ਹਿਰ ਤੋਂ ਬਾਹਰ ਇੱਕ ਮਹਾਤਮਾ ਰਹਿੰਦੇ, ਇਕੱਲੇ ਪਰਮੇਸ਼ਰ ਦੀ ਬੰਦਗੀ ਕਰਨ ਵਾਲੇ, ਬਹੁਤਾ ਹੋਰ ਉੱਥੇ ਜ਼ਿਆਦਾ ਸੰਗਤ ਨਹੀਂ ਰਹਿੰਦੀ। ਇੱਕ ਕੁਟੀਆ ਹੈ, ਥੋੜਾ ਜਿਹਾ ਸਾਜ਼ੋ ਸਮਾਨ, ਜਿਤਨਾ ਲੋੜੀਂਦੀਆਂ ਦੀਆਂ ਵਸਤੂਆਂ ਨੂੰ ਕੁੱਲੀ ਜੁੱਲੀ ਉਸਦੇ ਪਾਸ ਹੈ। ਜਦੋਂ ਅਸੀਂ ਗੁਰਬਾਣੀ ਨੂੰ ਆਦ ਤੋਂ ਅੰਤ ਤੱਕ ਅੱਖਾਂ ਖੋਲ ਕੇ ਪੜ੍ਹਦੇ ਹਾਂ, ਵਿਚਾਰਦੇ ਹਾਂ, ਸਮਝਦੇ ਹਾਂ, ਤੇ ਸਾਨੂੰ ਇਹੋ ਜਿਹੇ ਬਚਨ ਬਹੁਤ ਸਾਰੇ ਆਉਂਦੇ ਹਨ। ਸੰਤ, ਸਾਧ, ਗੁਰਮੁਖ, ਸਤਵੇਤਾ, ਮਹਾਂਪੁਰਖ, ਸਤਪੁਰਸ਼, ਗੁਰਸਿੱਖ, ਬ੍ਰਹਮ ਗਿਆਨੀ, ਇਹੋ ਜਿਹੇ ਲਫ਼ਜ਼ ਬਹੁਤ ਸਾਰੇ ਆਉਂਦੇ ਹਨ। ਤਕਰੀਬਨ ਇਹੋ ਜਿਹੇ ਜਿਹੜੇ ਲਫ਼ਜ਼ ਹਨ, ਕਹਿਣ ਮਾਤਰ ਤਾਂ ਉਹਦੇ ਅੱਖਰ ਅਲੱਗ ਹਨ, ਪਰ ਤਕਰੀਬਨ ਉਹਨਾਂ ਦਾ ਭਾਵ ਇੱਕੋ ਜਿਹਾ ਹੀ ਹੈ। ਉਹ ਕੀ? ਉਹ ਰੂਹਾਂ ਜਿਹੜੀਆਂ ਪਰਮੇਸ਼ਰ ਨਾਲ ਅਭੇਦ ਹਨ, ਮਿਲੀਆਂ ਹੋਈਆਂ ਹਨ। ਮਤਲਬ ਇਹ ਸੰਤ ਕਿਹਨੂੰ ਕਹਿੰਦੇ ਹਨ? ਸੰਤ ਦੀ ਡੈਫੀਨੇਸ਼ਨ ਕੀ ਹੈ? ਕਈ ਕੁ ਲੋਕ ਸਿਰਫ ਨਿਰੇ ਪੁਰੇ ਲਿਬਾਸ ਦੇ, ਯੂਨੀਫਾਰਮ ਦੇ ਹੀ ਪੁਜਾਰੀ ਹਨ। ਤੇ ਜਿਹਦੇ ਪਗਨੇ ਪਹਿਨੇ ਹੋਏ, ਇਹੋ ਜਿਹਾ ਹੋਰ ਕੋਈ ਯੂਨੀਫਾਰਮ ਹੋਇਆ, ਹੋਰ ਕੀ ਲਿਬਾਸ ਆ, ਸਿਰਫ ਉਹੀ ਸੰਤ ਹੈ। ਸਾਧ ਸਿੰਘ ਯੂਨੀਫਾਰਮ ਸੰਤ ਨਹੀਂ ਹੁੰਦੀ, ਇਹ ਇੱਕ ਚਿੰਨ੍ਹ ਹੋਇਆ ਕਰਦਾ। ਪੁਲਿਸ ਦਾ ਮਹਿਕਮਾ ਹੈ, ਉਹਨਾਂ ਦੇ ਉਹੀ ਵਰਦੀ ਹੁੰਦੀ ਹੈ। ਫੌਜ ਦਾ ਮਹਿਕਮਾ ਫੌਜੀ ਵਰਦੀ ਹੋਇਆ ਕਰਦੀ ਹੈ। ਕਈ ਦਫਾ ਚੋਰ ਡਾਕੂ ਠੱਗ ਵੀ ਹੋਈਆਂ ਵਰਦੀਆਂ ਪਾ ਲੈਂਦੇ, ਕੋਈ ਐਸੀ ਗੱਲ ਨਹੀਂ। ਤਾਂ ਵਰਦੀ ਹੀ ਨਿਰਾਪਰਾ ਲੱਛਣ ਨਹੀਂ ਹੈ, ਲੱਛਣ ਕਰਨੀ ਹੈ, ਹਲਣਾ ਹੈ, ਗੁਣ ਹਨ। ਇਉਂ ਕਰਕੇ ਗੁਰੂ ਜੀ ਸੰਤ ਦੇ ਲੱਛਣ ਇਉਂ ਫਰਮਾਉਂਦੇ ਹਨ, ਜਿਸ ਸਾਸ ਗਰਾਸ ਨਾ ਵਿਸਰੈ, ਹਰਨਾਮਾ ਮਨ ਮੰਤ, ਤਨ ਸੁਸਈ ਨਾਨਕਾ ਪੂਰਨ ਸਈ। ਜਿਸ ਨੂੰ ਸਾਸ ਗਰਾਸ ਵਾਹਿਗੁਰੂ ਦਾ ਨਾਂ ਨਹੀਂ ਵਿਸਰਦਾ, ਉਹ ਸੰਤ ਹੈ। ਤਾਂ ਸਾਸ ਗਰਾਸ ਕਿਹਨੂੰ ਨਹੀਂ ਵਿਸਰੇਗਾ? ਕਿਹਨੂੰ ਨਹੀਂ ਵਿਸਰੇਗਾ? ਜਿਸ ਦੇ ਚਿੱਤ ਵਿੱਚ ਅਤਿਅੰਤ ਵੈਰਾਗ, ਮਨ ਤੋਂ ਮਾਇਆ ਲੈ ਚੁੱਕੀ ਹੋਵੇਗੀ।
नाम तो हर एक के अंदर चल रहा है। कोई ऐसी व्यक्ति नहीं जिसके अंदर नाम की धुनी नहीं हो रही। अठे पैर 64 कड़ी हो रही है, पर अठे पैर 64 कड़ी सुनाई तद देगी जदों उसनूं रोकण वाली रस्ते च कोई चीज़ ना होगी, जदों बिरती नूं रुकावट ना कोई चीज़ करे। खाल चल रहा है, खल्ट जोड़िया किसी जिमीदार ने, खाल चल रहा है, वो पानी जरूर पहुँचेगा फसल नूं क्यारे विच, पर जे मूहरे खाल दे कोई पत्थर सिट दिता जाए वो पानी पिछे डुलन लग पैंदा। इसी तरह नाम की धुनी हो रही, अठे पैर 64 हर एक दे अंदर हो रही। नौनिध अमृत पर्व का नाम देही में इसका विश्राम। गुरु अर्जन देव महाराज फरमाउंदे, नौ निधियां 18 सिद्धियां सारियां शक्तियां दा दाता वाहिगुरू दा नाम, ओदा विश्राम, ओदा वासा हर एक शरीर दे विच, हर एक देह दे विच है, पर सुन नहीं सकिंदा। वो कद नहीं विसरूगा जिस वक्त कोई व्यक्ति को रोकने वाली चीज़ नहीं होगी, कोई रुकावट नहीं होगी। अत्यंत अंतःकरण शुद्ध हो जाएगा, जिसकी दृष्टि से संसार उठ जाएगा। संसार सुपने तो ज़्यादा कुछ मुक्त नहीं रखेगा। यानी यूँ कह लो, अत्यंत वैराग अवस्था में आके जिसका अभ्यास हो चुका होगा। असल आँदी है ये अवस्था अंतर ज्ञान मुक्त भक्ति वर्तन वैराग जी के लक्षण घट जान। वैराग कहते सर बिछा दे त्याग। वैरागी पुरुष के चित्त में संसारिक फुरने तो ज़्यादा कोई मुक्त नहीं रखता। एक संकल्प है, संसार और कुछ नहीं। इसनों वैराग कहते हैं। अंतर ज्ञान जीव इस जगत सब गोबिंद ब्रह्म रूप है, इसनों ज्ञान कहते हैं। जिसकी दृष्टि च कुछ है, दूजी चीज़ नहीं रह जाती। फिर भगती सिमरन पास सिमरन करना ही भगती है, फिर उन्होंने भगती विसरती नहीं होंगी। जो ये लक्षण घट जाए वह चित्त शांत हो जाता है। दुनिया की कोई चीज़ उसके मन को पकड़ने समर्थ नहीं हो सकती होंगी। वह चित्त अठे पैर 64 घड़ी खिड़ा रहता है, शांत रहता है, ठंडा रहता है, मस्ती में खुमारी में लिपटी देता है। और यूँ इतने गुरु जी ने ये लक्षण दसे, जिस सास ग्रास न विसर है, हरनामा मन मन तो तन से नानका पूर्ण से ही सन। कितने साध लफ्ज भी कह देंगे। साध साध किनों कहन अगमगात पावन सोए, जो जो कहे सुमुक्ता होए, सुन मीता नानक बिनवंता, साध जना की आचार्य कथा। मन बाणी का विषय जो वाहिगुरू है, जो उसका भजन करता है वह दुखों तो बरी हो जाता है। तो यह पुरुषों साध आदनामा करके पुकारा जाता है। गुरु जी कहते भाई उन्होंने जी कथा है, उन्होंने लीला कथन तो बाहर है। अगे उन्होंने संगत का फल दर्शाया गुरु जी ने इस अष्टपदी के विच। यानी यूँ और यही लफ्ज यानी मंत्र राम नाम खट लक्षण साधु के दसे जिथे मंत्र नाम नाम ध्यान सर्वत्र पूर्ण है आदि 6 लक्षण दसे हैं। तो यूँ करके इसी तरह साध भगत भी उन्होंने कहते पै गति जिन्हें पै की गति कर ली। सो आ मतलब उन्होंने रूहां वाल है ਜਿਹੜੀਆਂ वाहिगुरू नाल जुड़ियां होण। सो उन्होंने महिमा कथन तो बाहर गुरु अर्जन देव महाराज फरमाउंदे पहले इस अष्टपदी दे विच सुखमनी साहिब गुरु जी ने उच्चारण की। ਉਹਦੇ ਵਿੱਚ 4 वेद 6 शास्त्र 18 प्राण 27 सिमरतियाँ कुरान इंजील तौरेत आदि जितने धार्मिक मतांतरां के पुस्तक हैं सब का सिद्धांत आ जाता है। सिद्धांत की है सब का कर्म उपासना ज्ञान विज्ञान ये सब का सिद्धांत है, तत्व है। तो एक पाठ रोजाना किया जाए श्री सुखमनी साहब का 8 पैन के स्वास सफले हो जाने। 2 पाठ रोजाना कर ले जान 1 महीने गुरु ग्रंथ साहिब के पाठ का फल हो जाता है। इस दे अनुसार चलिया जीवन मुक्ति अगे मरण तो बाद जन्म के बंधन कटे सदा वास्ते वाहिगुरू विश्वास। यूँ गुरु जी इस अष्टपदी के जिथे दसा भी इनू साध कहते जड़ियाँ वाहिगुरू नाल अभेद रूह होगी उसनू साध आदरामा करके पुकारा जाता है। अगे अष्टपदी उन्होंने संगत का फल दसते जड़ियाँ वाहिगुरू नाल जुड़ियां रूहां। साध के संग मुख उजल होत, साध संग मल सगली खोत, साध के संग मिटे अभिमान, साध के संग प्रटेश हो ज्ञान आदि। एक गुरु जी उन्होंने संगत का फल दर्शाएंगे खोल खोल कली कली पंक्ति जोड़े उन्होंने संगत करते हैं उन्होंने आ फल मिलता आ मिलता। अखीर सतपद कह के 8वां पद जो आया गुरु जी ने उत्थे कलम अपनी बंद कर ली। की फरमाउण लगे अखीर साध की महिमा वेद न जाने। कहने लगे साध की महिमा जी है वेद भी नहीं जान सकता, वेद भी कर सकता। जेता सुने तेता बख्यान। यूँ गुरु जी यूँ 8वें पद विच सतपद कह के इस अष्टपदी दे यूँ फरमाउने वेद किते न जाने महिमा संतां दी, वेद किते न जाने महिमा
ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੀ ਸੰਗਤ ਦਾ ਫਲ ਇਹ ਫਲ ਮਿਲਦੇ ਨੇ। ਕਥਨ ਕਰੀਂਗੇ ਅਖੀਰ ਜਾ ਕੇ ਫਰਮਾਨ ਕਰਨ ਲੱਗੇ, ਸਾਧ ਕੀ ਮਹਿਮਾ वेद न जाने, जेता सुने तेता वसियाने, साध की उपमा तेरे गुण ते दूर, साध की उपमा रही भरपूर, साध की शोभा का नहीं अंत, साध की शोभा सदा दे अंत, साध की शोभा ऊंचते ऊंची, साध की शोभा मूचते मूची, साध की शोभा साध बने आई, नानक साध परब भेद न पाई। गुरु जी ने कथन किया भी वेद किते भी नहीं जान सकते उन्होंने महिमा। साध संग गुरु अर्जन देव महाराज पास सिखा ने अर्ज की, महाराज आपने ऐसा फरमान किया, कुछ तो उन्होंने लक्षण दसने ही चाहिए जिस करके पता लग जाए। गुरु जी फरमान लगे भी साधु के उपरले भेख का कुछ पता नहीं लगता ना। भेख न गुरु नानक जी ने पसंद ही किया है, भेखी प्रभु ना पाइए बिन सच्ची सिखन, वर्ण भेख दिशे सब खे, भेख दिखायो जगत को लोगन को वश कीन, अंत काल काती गटे वास नरक मुँह लीन। भेख की बाबत यूँ दसिया है। हाँ जे भेख दे विच पूरी सच्चाई होवे फिर वो भेख निंदण योग नहीं होया करता। सो इस करके फिर पूछया महाराज कुछ न कुछ लक्षण तो दसो। गुरु जी कहने लगे भाई दो किस्म के लक्षण होंगे हैं संतां दे, एक सोय संवेद एक परसंवेद, एक अपने आप जानन योग, दूसरिਆਂ ਦੇ जानन योग। सोय संवेद ਜਿਹੜੇ लक्षण ਹਨ ਉਹਨਾਂ ਦੀ आत्म स्थिति कित्थे है, ਉਹਨਾਂ ਦੀ यानी चित्त की बिरती जो आत्मा दे विच अस्थित है ਉਹਦੀ बाबत ਤਾਂ कोई कथन ही नहीं कर सकता। वो अपने लक्षण ਨੂੰ आप ही जानते हैं। ਤੇ ਉਸ ਤੋਂ ਬਾਅਦ दूसरे परसंवेद ਜਿਹੜੇ दूसरिਆਂ ਦੇ जानन योग ਹਨ, कुछ दूसरे सतपुरुषां ਦੇ दुनिया ਦੇ जानन योग कुछ लक्षण ਜਿਹੜੇ ਉਹਨਾਂ ਦੇ ਹਨ दैवी गुण आदि कुछ लक्षण ਉਹ ਹਨ। ਉਹਨਾਂ ਦੀ बाबत अर्ज की गरीब नवाज आप कृपा करके कुछ वो लक्षण भी दसो जिन्हें करके पछाण ली तो उनका फायदा उठाइए। गुरु जी ने एक शब्द विच जैतरी राग दे विच फरमान किया, जो ये करें सोई प्रभ माने, ओए राम नाम रंग राते, तिनकी शोभा सबनी थाई, जिन प्रभ के चरण पराते। मेरे राम संतां जे वटना कोई, भगतां बने आई पर अपने स्यों, जल थल मैयल सोई। कोटि अपराधी संत संग उधरे, जनता के नेड़ न आवे, जन्म जन्म का विछड़िया होवे, उन हर्ष्यों आन मिलावे। माया मोह भरम भव काटै, संत शरण जो आवे, यह मनोरथ कर आराधै, सो संतन ते पावे। जन की महिमा केतक वर्णो, तो मैं पहले अर्ज की है भी संत साध जन महापुरुष सतपुरुष तत्वेद अनेका नामा करके उन्हां रूहां वाले इशारा है जिहड़ियां प्रभु विच अभेद हन। जन की महिमा केतक वर्णो, जो प्रभ अपने भाणे, कौन नानक जिन सतगुरु भेटिया ते सब ते भय। अखीर गुरु जी कहते उनकी महिमा किन्नी क वर्ण की जाए जिहड़े प्रभु नूं खा गए। सो आओ ख्याल करो गुरु अर्जन देव महाराज इस शब्द दे विच कुछ क बाज लक्षण जिहड़े दूसरिਆਂ ਦੇ देखण योग हुंदे हन उन्हां दा जिक्र करदे हन। वैसे तां इउं फरमान कीता साध की महिमा वेद न जाने, वेद किते न जाने महिमा सबदा, वेद किते न जाने महिमा
ਇਸ ਜੈਸਰੀ ਰਾਗ ਵਿੱਚ ਗੁਰੂ ਜੀ ਨੇ ਕੁਝ ਕੁ ਬਾਝ ਲੱਛਣ ਜਿਹੜੇ ਦੂਸਰਿਆਂ ਦੇ ਦੇਖਣ ਨੂੰ ਸਾਹਮਣੇ ਆਉਣ ਉਹਨਾਂ ਦਾ ਕੁਝ ਜ਼ਿਕਰ ਕੀਤਾ ਹੈ। ਸੋ ਸੰਵੇਦ ਲੱਛਣ ਤਾਂ ਉਹ ਆਪ ਹੀ ਜਾਣਦੇ ਹਨ, ਦੂਜਾ ਕਹਿ ਨਹੀਂ ਸਕਦਾ। ਯਾਨੀ ਦੂਜੇ ਦੇ ਜਾਣਨ ਯੋਗ ਨਹੀਂ, ਦੂਜੇ ਨੂੰ ਉਹ ਦੱਸੇ ਵੀ ਨਹੀਂ ਜਾ ਸਕਦੇ। ਸੋ ਇਸ ਵਾਸਤੇ ਆਓ ਇਉਂ ਫਰਮਾਉਂਦੇ ਹਨ ਗੁਰੂ ਜੀ, ਜੋ ਓਏ ਕਰੇ ਸੋਈ ਪਰਬ ਮਾਨੇ, ਓਏ ਰਾਮ ਨਾਮ ਰੰਗ ਰਾਤੇ। ਜੋ ਉਹ ਕਰਦੇ ਨੇ ਪਰਮੇਸ਼ਰ ਉਹਨਾਂ ਦੀ ਮੰਨਦਾ। ਕਿਉਂ? ਉਹ ਪਰਮੇਸ਼ਰ ਦੇ ਭਜਨ ਦੇ ਵਿੱਚ ਉਹਨਾਂ ਦੀ ਬਿਰਤੀ ਲਵਲੀਨ ਹੈ, ਪਰਮੇਸ਼ਰ ਦੇ ਵਿੱਚ ਉਹਨਾਂ ਦੀ ਸੁਰਤ ਇਕਾਗਰ ਹੈ। ਉਸ ਇਕਾਗਰਤਾ ਦੁਆਰਾ ਵਾਹਿਗੁਰੂ ਉਹਨਾਂ ਦੀ ਮੰਨਦਾ। ਇਉਂ ਫਰਮਾਉਂਦੇ ਹਨ, ਜੋ ਓਏ ਕਰੇ ਸੋਈ ਪਰਬ ਮਾਨੇ, ਜੋ ਓਏ ਕਰੇ ਸੋਈ ਪਰਬ ਮਾਨੇ। ਜੋ ਓਏ ਕਰੇ ਸੋਈ ਪਰਬ ਮਾਨੇ, ਓਏ ਰਾਮ ਨਾਮ ਰੰਗ ਰਾਤੇ। ਪਹਿਲੇ ਵੀ ਕਈ ਦਫਾ ਇਹ ਅਰਜ਼ ਕੀਤੀ ਗਈ ਹੈ, ਜਦੋਂ ਮਨ ਭਜਨ ਅਭਿਆਸ ਕਰਕੇ ਇਕਾਗਰ ਔਰ ਸ਼ੁੱਧ ਹੋ ਜਾਂਦਾ ਹੈ, ਔਰ ਸ਼ੁੱਧ ਇਕਾਗਰ ਮਨ ਦੇ ਵਿੱਚ ਬਹੁਤ ਸਾਰੀਆਂ ਤਾਕਤਾਂ ਪੈਦਾ ਹੋ ਜਾਇਆ ਕਰਦੀਆਂ, ਬਹੁਤ ਸਾਰੀਆਂ ਸ਼ਕਤੀਆਂ ਪੈਦਾ ਹੋ ਜਾਇਆ ਕਰਦੀਆਂ। 2.5 ਚੂੜੀਆਂ ਸਮੁੰਦਰਾਂ ਦੀਆਂ ਕੀਤੀਆਂ ਔਰ ਯੁੱਗ ਬਦਲ ਦਿੱਤੇ। ਔਰ ਬੇਅੰਤ ਕੌਤਕ ਇੱਕ ਇੱਕ ਵਿਅਕਤੀ ਮਹਾਂਪੁਰਖ ਦੇ ਜੀਵਨ ਵੱਲ ਜੇ ਇਸ਼ਾਰਾ ਯਾਨੀ ਨਿਗਾਹ ਮਾਰੀ ਜਾਵੇ, ਪਤਾ ਨਹੀਂ ਕਿਤਨੇ ਕਿਤਨੇ ਕੌਤਕ ਕੀਤੇ ਨੇ। ਸੋ ਉਹ ਕਾਹਦੀ ਤਾਕਤ ਸੀ? ਮਨ ਦੀ ਇਕਾਗਰਤਾ ਵਾਹਿਗੁਰੂ ਦੇ ਵਿੱਚ ਹੋ ਜਾਣ ਦੀ। ਜਦੋਂ ਮਨ ਵਾਹਿਗੁਰੂ ਦੇ ਭਜਨ ਦੇ ਵਿੱਚ ਇਕਾਗਰ ਹੋ ਜਾਂਦਾ ਹੈ, ਪੂਰਾ ਸਥਿਤ ਹੋ ਜਾਂਦਾ, ਸ਼ੁੱਧ ਹੋ ਜਾਂਦਾ ਹੈ, ਦੋ ਕਿਸਮ ਦੀਆਂ ਸ਼ਕਤੀਆਂ ਉਸ ਦੇ ਵਿੱਚ ਪੈਦਾ ਹੁੰਦੀਆਂ, ਲਾਜ਼ਮੀ ਔਰ ਗੈਰ ਲਾਜ਼ਮੀ। ਲਾਜ਼ਮੀ ਸ਼ਕਤੀ ਤਾਂ ਵਾਹਿਗੁਰੂ ਅੰਤਰਜਾਮੀ ਜੋ ਅੰਦਰ ਛੁਪਿਆ ਹੋਇਆ ਹੈ ਉਹਦੀ ਪ੍ਰਾਪਤੀ ਯਾਨੀ ਬ੍ਰਹਮ ਗਿਆਨ। ਦੂਸਰੀ ਗੈਰ ਲਾਜ਼ਮੀ ਸ਼ਕਤੀ ਰਿੱਧੀ ਸਿੱਧੀ ਨਿੱਧੀ ਸ਼ਕਤੀ, ਜਿਸ ਨੂੰ ਮਾਇਆ ਵਿੱਚ ਦਰਜ ਕੀਤਾ ਗਿਆ ਹੈ। ਗੁਰੂ ਅਰਜਨ ਦੇਵ ਮਹਾਰਾਜ ਇਸ ਨੂੰ ਦੱਸਿਆ, ਪ੍ਰਭ ਕੇ ਸਿਮਰਨ ਰਿੱਧ ਸਿੱਧ ਨੌ ਨਿੱਧ, ਪ੍ਰਭ ਕੇ ਸਿਮਰਨ ਗਿਆਨ ਧਿਆਨ ਸਤਿਬੁੱਧ। ਸੋ ਆਓ ਇਉਂ ਇਹ ਮਨ ਦੀ ਇਕਾਗਰਤਾ ਸ਼ੁੱਧੀ ਵਿੱਚ ਤਾਕਤਾਂ ਅਵਸ਼ੀ ਹੁੰਦੀਆਂ ਹਨ। ਵਸਤੂ ਦਾ ਗੁਣ ਉਸ ਦੇ ਵਿੱਚ ਹੀ ਰਿਹਾ ਕਰਦਾ ਹੈ। ਸੋ ਇੱਥੇ ਫਰਮਾਉਂਦੇ ਹਨ ਗੁਰੂ ਅਰਜਨ ਦੇਵ ਮਹਾਰਾਜ, ਜੋ ਇਹ ਕਰੇ ਸੋਈ ਪਰਬ ਮਾਨੇ। ਜੋ ਉਹ ਕਰਦੇ ਨੇ ਪਰਮੇਸ਼ਰ ਉਹਨਾਂ ਦੀ ਮੰਨਦਾ। ਕਿਉਂ? ਉਹ ਪਰਮੇਸ਼ਰ ਦੇ ਨਾਮ ਵਿੱਚ ਉਹਨਾਂ ਦੀ ਬਿਰਤੀ ਲਵਲੀਨ ਹੈ, ਬਿਰਤੀ ਰੰਗੀ ਹੋਈ ਹੈ। ਸੋ ਇਉਂ ਦੇਖੋ ਨਾ, ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ੍ਰੀ ਅੰਮ੍ਰਿਤਸਰ ਰੂਹਾਨੀ ਦਰਬਾਰ ਸਜਿਆ। ਬੇਅੰਤ ਸੰਗਤ ਹਜ਼ੂਰੀ ਵਿੱਚ ਬੈਠੀ ਹੋਈ ਹੈ। ਨੇਤਰਾਂ ਕਰਕੇ ਇਉਂ ਦੀਦਾਰ ਕਰਦੇ ਹਨ ਜਿਵੇਂ ਕਰੋੜਾਂ ਚਕੋਰਾਂ ਚੰਦਰਾਂ ਨੂੰ ਇੱਕ ਟਕ ਲਗਾ ਕੇ ਦੇਖਦੇ ਹਨ। ਗਰਦਨ ਫੰਮੇ ਮੁੜਕ ਜੇ ਦੀਦਾਰ ਕਰਨ ਨਹੀਂ ਹਟਦੇ। ਕੰਨਾਂ ਕਰਕੇ ਗੁਰੂ ਕੀ ਬਾਣੀ ਵਾਹਿਗੁਰੂ ਦਾ ਜਸ ਸੁਣਦੇ ਹਨ। ਜ਼ੁਬਾਨ ਕਰਕੇ ਸ਼ਬਦ ਦਾ ਉਚਾਰਨ ਕਰਦੇ ਹਨ। ਔਰ ਬੇਅੰਤ ਪ੍ਰੇਮੀ ਨਿਰੰਤਰ ਸਿਮਰਨ ਕਰਨ ਵਾਲੇ, ਅਜੱਪਾ ਜਾਪ ਜਪਣ ਵਾਲੇ। ਜਾਪ ਦੋ ਕਿਸਮ ਦਾ ਹੁੰਦਾ, ਇੱਕ ਜਾਪ ਜ਼ੁਬਾਨ ਕਰਕੇ ਹੁੰਦਾ, ਅਜੱਪਾ ਜਿੱਥੇ ਜ਼ੁਬਾਨ ਕੰਮ ਨਾ ਕਰੇ, यानी ख्याली कम करे। जिन दिन रसना जो जपे है आओ, कोई जाने कैसा न। दिन रसना उस्तत कराई, जीव न हिले बुल न फरके पाक नवाजी सोई। यानी गुरमुख जापो हृदय राम। कई युक्ति कई तरीके हैं श्वास श्वास सिमरण करना। परावाणी विच गुरमुख रोम रोम हर ध्यावे। अत खैर बेअंत युक्तियां बहुत सारे ਇਹੋ ਜਿਹੇ ਗੁਰमुख हैं ਜਿਹੜੇ ਨਿਰੰਤਰ ਵੀ ਸਿਮਰਨ ਕਰਦੇ ਹਨ। ਇਉਂ ਬੈਠੇ ਹੋਏ ਮਾਨੋ ਦੂਸਰੇ ਬੈਕੁੰਠ ਦਾ ਆਨੰਦ ਮਾਣ ਰਹੇ ਹਨ। ਇੱਥੇ ਤਾਂ ਇਸ ਤੋਂ ਵੱਧ ਕੇ
ਜ਼ਿਆਦਾ ਸੁਖ ਸ਼ਾਂਤੀ ਦਾ ਸਮਾਂ ਹੋਰ ਦੁਨੀਆ ਵਿੱਚ ਕਿਸੇ ਕੰਮ ਵਿੱਚ ਵੀ ਨਹੀਂ। ਮਰਨ ਤੋਂ ਬਾਅਦ, ਸਰੀਰ ਦੇ ਪਰਿਤਿਆਗ ਤੋਂ ਬਾਅਦ ਜਿਹੜੇ ਇਉਂ ਭਗਤੀ ਵਿੱਚ ਆਪਣਾ ਸਮਾਂ ਗੁਜ਼ਾਰਦੇ ਹਨ, ਉਹਨਾਂ ਨੂੰ ਸਰੀਰ ਤਿਆਗਣ ਤੋਂ ਬਾਅਦ ਸੱਚਖੰਡ ਬੈਕੁੰਠ ਧਾਮ ਦੇ ਵਿੱਚ ਥਾਂ ਮਿਲਦਾ। ਦਰਗੇ ਮਿਲਦਾ ਥਾਂ ਗੁਰਾਂ ਦੇ ਨਾਲ ਰਸਿਆ, ਗੁਰਾਂ ਦੇ ਨਾਲ ਰਸਿਆ। ਦਰਗੇ ਮਿਲਦਾ ਥਾਂ ਗੁਰਾਂ ਦੇ ਨਾਲ ਰਸਿਆ, ਗੁਰਾਂ ਦੇ ਨਾਲ ਰਸਿਆ। ਅੰਤਰ ਗੁਰੂ ਆਰਾਧਨਾ ਜੇਬਾ ਜਪ ਗੁਰਨੋ ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰਨੋ ਸਤਿਗੁਰ ਸੇਤੀ ਰਤਿਆਂ ਦਰਗੇ ਪਾਈਏ ਥਾਂ। ਨੇਤਰਾਂ ਕਰਕੇ ਗੁਰੂ ਸਰੂਪ ਦੇ ਧਿਆਨ ਵਿੱਚ ਮਹਿਵ ਹੁੰਦੇ ਨੇ, ਕੰਨਾਂ ਕਰਕੇ ਪ੍ਰਭੂ ਦਾ ਵਾਹਿਗੁਰੂ ਦਾ ਜਸ ਸੁਣਦੇ ਹਨ, ਜ਼ੁਬਾਨ ਕਰਕੇ ਯਸ ਕਰਦੇ ਹਨ ਔਰ ਨਿਰੰਤਰ ਸਿਮਰਨ ਕਰਦੇ ਹਨ। ਇਉਂ ਜਿਹੜੇ ਆਪਣੇ ਸਮੇਂ ਨੂੰ ਵਾਹਿਗੁਰੂ ਦੀ ਭਗਤੀ ਵਿੱਚ ਗੁਜ਼ਾਰਦੇ ਹਨ, ਮਰਨ ਤੋਂ ਬਾਅਦ ਉਹਨਾਂ ਦੀ ਗਤੀ ਸਤਿਗੁਰ ਸੇਤੀ ਰਤਿਆਂ ਦਰਗੇ ਪਾਈਏ ਥਾਂ। ਨਿਰੰਕਾਰ ਦੀ ਦਰਗਾਹ ਵਿੱਚ ਥਾਂ ਮਿਲਦਾ। ਇੱਕ ਦਫਾ ਗੁਰੂ ਜੀ ਪਾਸ ਪ੍ਰਸ਼ਨ ਕੀਤਾ ਸਿੱਖਾਂ ਨੇ ਗਰੀਬ ਨਿਵਾਸ, ਮਰਨ ਤੋਂ ਬਾਅਦ ਜੀਵ ਦੀ ਗਤੀ ਕਿਹੋ ਜਿਹੀ ਹੁੰਦੀ ਹੈ? ਕਿਰਪਾ ਕਰਕੇ ਇਸ ਦੀ ਬਾਬਤ ਕੁਝ ਖੋਲ ਕੇ ਦੱਸਣਾ ਚਾਹੀਦਾ। ਸੋ ਆਪਨੇ ਫਰਮਾਇਆ ਦੁਨੀਆ ਵਿੱਚ 6 ਕਿਸਮ ਦੇ ਲੋਕ ਹਨ, 6 ਕਿਸਮ ਦੀ ਹੀ ਗਤੀ ਹੈ। ਮਰਨ ਤੋਂ ਬਾਅਦ ਜਿਹੜੀ ਅਵਸਥਾ ਪ੍ਰਾਪਤ ਹੋਵੇ ਉਸਨੂੰ ਗਤੀ ਕਿਹਾ ਜਾਂਦਾ। ਪਹਿਲੇ ਪਾਪੀਆਂ ਦੀ ਗਤੀ, ਦੂਜੀ ਪੁਨੀਆਂ ਦੀ ਗਤੀ, ਤੀਜੀ ਪ੍ਰਾਣਾਯਾਮੀਆਂ ਦੀ ਗਤੀ, ਚੌਥੀ ਭਗਤਾਂ ਦੀ ਗਤੀ, ਪੰਜਵੀਂ ਬ੍ਰਹਮ ਗਿਆਨੀਆਂ ਦੀ ਗਤੀ, ਛੇਵੀਂ ਕਾਰਕਾਂ ਦੀ ਗਤੀ। ਅਲੱਗ ਅਲੱਗ ਅਵਸਥਾਵਾਂ ਹਨ, ਅਲੱਗ ਅਲੱਗ ਹੀ ਗਤੀ ਹੈ। ਜਿਵੇਂ ਸਕੂਲਾਂ ਕਾਲਜਾਂ ਵਿੱਚ ਜਿਹੜਾ ਜਿਹਾ ਕਿਸੇ ਦਾ ਮਜ਼ਮੂਨ ਲਿਆ ਹੋਇਆ ਹੈ, ਉਹ ਜੀ ਅੱਗੇ ਨੌਕਰੀ ਮਿਲੇ, ਕਿਸੇ ਨੇ ਡਾਕਟਰੀ, ਕਿਸੇ ਨੇ ਇੰਜੀਨੀਅਰਿੰਗ, ਕਿਸੇ ਨੇ ਬੈਰਿਸਟਰੀ, ਜਿਹੜਾ ਜਿਹਾ ਸਬਜੈਕਟ ਲਿਆ ਹੋਇਆ ਹੈ ਤਾਂ ਉਸਨੂੰ ਉਸ ਤੋਂ ਬਾਅਦ ਉਹੀ ਜਿਹੀ ਨੌਕਰੀ ਉਸੀ ਲਾਈਨ ਵਿੱਚ ਮਿਲਦੀ ਹੈ। ਇਸੀ ਤਰ੍ਹਾਂ ਪਾਪੀਆਂ ਦੀ ਗਤੀ, ਜਿਹੜੇ ਸਾਰੀ ਜ਼ਿੰਦਗੀ ਪਾਪਾਂ ਗੁਨਾਹਾਂ ਵਿੱਚ ਬਤੀਤ ਕਰਦੇ ਹਨ, ਗੁਰੂ ਸ਼ਾਸਤਰ ਦੇ ਹੁਕਮ ਤੋਂ ਉਲਟ ਚੱਲ ਕੇ ਇਉਂ ਸਮੇਂ ਨੂੰ ਬਰਬਾਦ ਕਰਦੇ ਹਨ, ਮਨੁੱਖਾਂ ਦੇ ਨੂੰ ਵਿਅਰਥ ਖੋ ਲੈਂਦੇ ਹਨ। ਉਹਨਾਂ ਨੂੰ ਵਕਤੇ ਅਖੀਰ ਜਮਰਾਜਾ ਦੇ ਦੂਤ ਜਮਦੂਤ ਲੈਣ ਵਾਸਤੇ ਆਉਂਦੇ ਹਨ ਔਰ ਧਰਮਰਾਜ ਦੇ ਪੇਸ਼ ਕਰਦੇ ਹਨ। ਉਸ ਤੋਂ ਬਾਅਦ ਜਿਹੋ ਜਿਹਾ ਉਹਦੇ ਪਾਪ ਹੁੰਦੇ ਨੇ, ਪਹਿਲੇ ਦੂਜੇ ਤੀਜੇ ਦਰਜੇ ਦੇ, ਉਹ ਜਾਈ ਉਹਨੂੰ ਨਰਕ ਕਸ਼ਟ। ਉਸ ਤੋਂ ਬਾਅਦ ਲੱਖ 84 ਜੂਨ ਦਾ ਗੇੜਾ, ਫਿਰ ਕਿਸੇ ਇਹੋ ਜਿਹੇ ਘਰਾਣੇ ਵਿੱਚ ਉਸਦਾ ਜਨਮ ਹੁੰਦਾ ਜਿੱਥੇ ਅਤਿਅੰਤ ਕਸ਼ਟ ਜਾਂ ਦੁੱਖ ਹੁੰਦਾ। ਦੂਸਰੀ ਗਤੀ ਪੁੰਨੀਆਂ ਦੀ, ਪੁੰਨੀ ਲੋਕ ਹੁੰਦੇ ਜਿਹੜੇ ਪੁੰਨ ਕਰਮ ਜਿਹਨਾਂ ਦਾ ਫਲ ਸੁੱਖ ਹੁੰਦਾ। ਪੁੰਨੀ ਲੋਕ ਜਿਹੜੇ ਉਹਨਾਂ ਨੂੰ ਦੇਵਤਾ ਭਗਵਾਨਾਂ ਵਿੱਚ ਬਿਠਾ ਕੇ ਲੈ ਜਾਂਦੇ ਹਨ, ਧਰਮਰਾਜਾ ਦੇ ਪੇਸ਼ੀ ਉਹਨਾਂ ਦੀ ਵੀ ਹੁੰਦੀ। ਪਾਪ ਪੁੰਨ ਜੋ ਬੀਜਦੇ ਸਭ ਧਰਮਰਾਏ ਖਿੱਚ ਜਾ, ਉਹਨਾਂ ਨੂੰ ਜਿਹੜਾ ਜਿਹਾ ਉਹਨਾਂ ਨੇ ਪੁੰਨ ਕੀਤੇ ਹਨ ਫਸਟ ਸੈਕਿੰਡ ਥਰਡ ਕਲਾਸ ਦੇ, ਉਹ ਅੱਜ ਉਹਨੂੰ ਜਿਸਮਾਨੀ ਸੁੱਖ ਭੁਗਤਾਇਆ ਜਾਂਦਾ ਹੈ, ਇੰਦਰ ਲੋਕ ਆਦਿ ਵਿੱਚ ਭੇਜਿਆ ਜਾਂਦਾ ਹੈ।
ਉਹਨਾਂ ਨੂੰ ਸਿੱਧਾ ਫਿਰ ਕਿਸੇ ਧਨਾੜਾਂ ਦੇ ਜਨਮ ਦਿੱਤਾ ਜਾਂਦਾ, ਉਹਨਾਂ ਨੂੰ ਚੌਰਸਤੇ ਗੇੜਾ ਨਹੀਂ ਭੁਗਤਾਇਆ ਜਾਂਦਾ। ਤੀਸਰੇ ਪ੍ਰਾਣਾਯਾਮੀ ਰੇਚਕ, ਪੂਰ, ਕੁੰਭ ਆਦਿ ਆਪਣੇ ਪ੍ਰਾਣਾਂ ਨੂੰ ਠਹਿਰਾ ਕੇ ਬ੍ਰਹਮ ਗਿਆਨ ਦੀ ਪ੍ਰਾਪਤੀ ਦੇ ਚਾਹਵਾਨ ਹਨ, ਜਿਹੜੇ ਮਨ ਨੂੰ ਠਹਿਰਾ ਕੇ, ਕਿਉਂਕਿ ਮਨ ਦੀ ਸ਼ੁੱਧੀ ਇਕਾਗਰਤਾ ਤੋਂ ਬਿਨਾਂ ਬ੍ਰਹਮ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ। ਸੋ ਅਲੱਗ-ਅਲੱਗ ਮਾਰਗ ਹਨ। ਸੋ ਪ੍ਰਾਣਾਯਾਮੀ ਦੀ ਗਤੀ ਜਿਹੜੀ ਹੈ ਬ੍ਰਹਮ ਲੋਕ ਤੱਕ। ਉਸ ਤੋਂ ਚੌਥੀ ਗਤੀ ਜਿਹੜੀ ਹੈ ਭਗਤਾਂ ਦੀ, ਜਿਹੜੇ ਵਾਹਿਗੁਰੂ ਦੀ ਭਗਤੀ ਕਰਦੇ ਹਨ, ਇਸ ਮਾਰਗ ਵਿੱਚ ਚੱਲ ਕੇ ਆਪਣੀ ਜ਼ਿੰਦਗੀ ਨੂੰ ਸਫਲਾ ਕਰਦੇ ਹਨ, ਉਹਨਾਂ ਦੀ ਗਤੀ ਸੱਚਖੰਡ ਬੈਕੁੰਠ ਧਾਮ ਤੱਕ ਹੈ। ਬ੍ਰਹਮ ਗਿਆਨੀ ਜਿਨ੍ਹਾਂ ਨੂੰ ਭਗਤੀ ਕਰਦੇ ਜਾਂ ਪ੍ਰਾਣਾਯਾਮ ਦੁਆਰਾ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਗਈ, ਅੰਤਰਾਤਮੇ ਸਾਖਿਆਤ ਹੋ ਗਿਆ, ਉਹਨਾਂ ਦਾ ਆਉਣਾ ਜਾਣਾ ਬੰਦ ਹੈ। ਹੁਣ ਦੀ ਅਵਸਥਾ ਇਉਂ ਦੱਸੀ ਹੈ ਜਿਵੇਂ ਸਮੁੰਦਰ ਵਿੱਚ ਇੱਕ ਘੜਾ ਪਿਆ ਹੈ, ਉਹਦੇ ਵਿੱਚ ਵੀ ਪਾਣੀ ਹੈ, ਬਾਹਰ ਵੀ ਪਾਣੀ ਹੈ। ਘੜੇ ਦੇ ਖੱਪਰ ਨੇ ਅੰਦਰਲੇ ਪਾਣੀ ਨੂੰ ਬਾਹਰਲੇ ਪਾਣੀ ਨਾਲ ਅਲੱਗਾ ਕਰ ਦਿਖਾਇਆ ਹੋਇਆ, ਪਰ ਸਿਆਣੇ ਪੁਰਸ਼ਾਂ ਨੂੰ ਅੰਦਰਲਾ ਬਾਹਰਲਾ ਪਾਣੀ ਅਕੇਦੀ ਹੋਇਆ ਕਰਦਾ। ਹਾਂ, ਜਿਸ ਵਕਤ ਉਹ ਘੜੇ ਦਾ ਖੱਪਰ ਟੁੱਟ ਜਾਂਦਾ ਹੈ, ਜਿਹੜਾ ਅੰਦਰੂਨੀ ਬੈਰੂਨੀ ਪਾਣੀ ਇੱਕ ਹੋ ਜਾਂਦਾ, ਪਹਿਲੇ ਵੀ ਹਮੇ ਇੱਕ ਤੋਂ ਸਿਰਫ ਖੱਪਰ ਘੜੇ ਦਾ ਉਹ ਦਰਮਿਆਨੇ ਹਾਇਲ ਸੀ, ਉਹ ਦੂਰ ਹੋ ਗਿਆ। तो सदा वास्ते घड़े का पानी समुद्र के पानी भी अभेद है। उन्होंने वास्ते यूं दसे, कबू साध संगते पावै, उस स्थान ते बौर न आवे, अंतर होए ज्ञान प्रकाश, उस स्थान का नहीं विनाश, मंत्र नाम रते रंग, सदा बसे पार्वन के संग, ज्यों जल में जल आए खटाना, ज्यों ज्योति संग ज्योत समाना, मिट गए गवन पाए विश्राम, नानक पर्व के सदगुरु। सो उन्होंने दा आना जाना बंद है, किसी लोक नूं नहीं गमन करते। सारे परिपूर्ण जो वाहिगुरु आदि पूर्ण मध पूर्ण अंत पूर्ण परमेश्वर है, सिमरन संत सर्वत्र अगनासनु जगदीश्वर है। वाहिगुरु वो हस्ती संसार के अंदर बाहर जो परिपूर्ण है, जिमें झग लहर बुद्ध के अंदर बाहर पानी ही पानी हुंदा है। सो पानी तो झग लहर बुद्ध के पैदा होंदे हैं हवा के वेग करके, अंदर बाहर पानी ही पानी हुंदा है, पानी रूप होंदे हैं, पानी विच ही लय हो जाते हैं। सो वो सारे परिपूर्ण परमात्मा जिहड़ा है ब्रह्म ज्ञानी भावें जिउंदा ही शरीर दे हुंदे ही प्राण दे चलदे ही ਉਹਦੇ ਵਿੱਚ ਅਭੇਦ ਹੈ, ਜੀਵਨ ਮੁਕਤ ਹੈ। ਜਿਸ ਵਕਤ ਪ੍ਰਾਰਬਧ ਖਤਮ ਹੁੰਦੀ ਹੈ, ਖੈ ਹੁੰਦੀ ਹੈ, ਉਦੋਂ ਸਰੀਰ ਰੂਪੀ ਘੜਾ ਜਿਹੜਾ ਇੱਕ ਟੁੱਟ ਜਾਂਦਾ ਹੈ, ਫਿਰ ਸਦਾ ਵਾਸਤੇ ਉਹਦੇ ਵਿੱਚ ਹੀ ਉੱਥੇ ਹੀ ਰਹਿੰਦਾ ਹੈ। ਉਹਨਾਂ ਵਾਸਤੇ ਨਾ ਕੁਛ ਐਬੋ ਨਾ ਕੁਝ ਐਬੋ, ਰਾਮ ਕੀ ਦੁਆ, ਸਦਾ ਅਭੇਦ ਰਹਿੰਦੇ ਵਾਹਿਗੁਰੂ ਦੇ ਵਿੱਚ, ਕਿਸੇ ਲੋਕ ਨੂੰ ਨਹੀਂ ਜਾਂਦੇ। ਇਹ ਹੈ ਯਾਨੀ ਬ੍ਰਹਮ ਗਿਆਨੀਆਂ ਦੀ ਗਤੀ। ਇੱਕ ਗਤੀ ਹੋ ਰਿਹਾ ਕਾਰਕਾਂ ਦੀ। ਕਾਰਕ ਉਹ ਰੂਹਾਂ ਹੁੰਦੀਆਂ ਨੇ ਜਿਹੜੀਆਂ ਬਖਸ਼ੀਆਂ ਰੂਹਾਂ ਹਨ, ਆਪਣੇ ਵਾਸਤੇ ਉਹਨਾਂ ਨੂੰ ਕਰਨਾ ਧਰਨਾ ਕੁਝ ਬਾਕੀ ਨਹੀਂ ਹੋਇਆ ਕਰਦਾ। ਉਹਨਾਂ ਨੂੰ ਵਾਹਿਗੁਰੂ ਦੁਨੀਆ ਦੇ ਫਾਇਦੇ ਵਾਸਤੇ ਦੁਨੀਆ ਤੇ ਭੇਜਦਾ ਹੈ। ਉਹਨਾਂ ਦੀ ਬਾਬਤੀ ਦੱਸਿਆ, ਜਨਮ ਮਰਨ ਦਹੁ ਮੈਂ ਨਾਹੀਂ, ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲੈਣ ਅਰਸਿਓ ਲੈਣ ਮਿਲਾਏ। ਕਿਉਂ ਕਥਨ ਕੀਤਾ ਗੁਰੂ ਜੀ ਨੇ, ਪਰਉਪਕਾਰੀ ਆਏ ਜਨ ਪਰਉਪਕਾਰੀ ਆਏ, ਪਰਉਪਕਾਰੀ ਆਏ ਜਨ ਪਰਉਪਕਾਰੀ
ਇਹ ਕਾਰਕਾਂ ਦੀ ਗਤੀ ਦੀ ਬਾਬਤ ਹੁਣ ਦੱਸਿਆ। ਉਹ ਰੂਹਾਂ ਜਿਹੜੀਆਂ ਬਖਸ਼ੀਆਂ ਹੋਈਆਂ, ਜਿਨ੍ਹਾਂ ਨੂੰ ਆਪਣੇ ਵਾਸਤੇ ਕਰਨਾ ਧਰਮ ਕੁਝ ਬਾਕੀ ਨਹੀਂ ਰਹਿ ਗਿਆ, ਉਹਨਾਂ ਨੂੰ ਦੁਨੀਆ ਦੇ ਫਾਇਦੇ ਵਾਸਤੇ ਪਰਮਾਤਮਾ ਭੇਜਦਾ ਹੈ। ਇੱਕ ਦ੍ਰਿਸ਼ਟਾਂਤ ਦੁਆਰਾ ਜ਼ਰਾ ਅੱਛੀ ਤਰ੍ਹਾਂ ਸਮਝ ਆ ਜਾਏਗਾ। ਇੱਕ ਜੇਲ੍ਹਖਾਨਾ ਹੈ। ਜੇਲ੍ਹਖਾਨੇ ਦੇ ਵਿੱਚ ਜਿਤਨੇ ਕੈਦੀ ਹਨ, ਕਿਸੇ न ਕਿਸੇ ਗਲਤੀ ਦਾ ਫਲ ਉਹ ਮੁਜਰਮ ਹੋ ਕੇ ਭੁਗਤ ਰਹੇ ਹਨ। ਉਹ ਮੁਜਰਮ ਹਨ, ਕੈਦੀ ਹਨ। ਉਸੀ ਜੇਲ੍ਹਖਾਨੇ ਵਿੱਚ ਡਾਕਟਰ ਵੀ ਰੋਜ਼ ਜਾਂਦਾ, ਰੋਜ਼ਾਨਾ ਚੱਕਰ ਲਗਾਉਂਦਾ ਹੈ। ਉਹ ਕਾਹਦੇ ਵਾਸਤੇ ਜਾਂਦਾ? ਉਹਨੂੰ ਦਵਾਈ ਬੂਟੀ ਦੇਣ ਵਾਸਤੇ। ਡਾਕਟਰ ਕੈਦੀ ਨਹੀਂ, ਆਜ਼ਾਦ ਹੈ, ਸੁਤੰਤਰ ਹੈ। ਸਿਰਫ ਉਹਨਾਂ ਨੂੰ ਦਵਾਈ ਬੂਟੀ ਦੇਣ ਵਾਸਤੇ ਉੱਥੇ ਜੇਲ੍ਹ ਦੀ ਚਾਰਦੀਵਾਰੀ ਦੇ ਅੰਦਰ ਉਸਦਾ ਜਾਣਾ ਹੋਇਆ ਕਰਦਾ ਹੈ। ਇਸੀ ਤਰ੍ਹਾਂ ਹੀ ਸੰਸਾਰਿਕ ਜੇਲ੍ਹਖਾਨਾ ਜਿਤਨੀ 84 ਆਪਣੇ ਕਰਮਾਂ ਦਾ ਫਲ ਭੋਗਣ ਵਾਸਤੇ ਆਉਂਦੀ ਹੈ। ਉਹ ਰੂਹਾਂ ਜਿਹੜੀਆਂ ਬਖਸ਼ੀਆਂ ਹੋਈਆਂ ਆਪਣੇ ਵਾਸਤੇ ਕੁਝ ਕਰਨਾ ਧਰਨਾ ਜਿਹਨਾਂ ਨੂੰ ਬਾਕੀ ਨਹੀਂ ਰਹਿ ਗਿਆ, ਉਹਨਾਂ ਨੂੰ ਡਾਕਟਰੀ ਦੀ ਨਿਆਈ ਦੁਨੀਆ ਵਿੱਚ ਸੰਸਾਰ ਰੂਪੀ ਜੇਲ੍ਹਖਾਨੇ ਵਿੱਚ ਟੁੱਟੀਆਂ ਰੂਹਾਂ ਨੂੰ ਵਾਹਿਗੁਰੂ ਨਾਲ ਜੋੜਨ ਵਾਸਤੇ, ਜਿਵੇਂ ਇੱਕ ਕਾਰੀਗਰ ਇੱਕ ਛੋਟਾ ਟੁਕੜਾ ਲੋਹੇ ਦਾ, ਇੱਕ ਬਹੁਤ ਵੱਡਾ ਟੁਕੜਾ ਹੈ, ਦੋਨਾਂ ਨੂੰ ਟਾਂਕਾ ਲਗਾ ਕੇ ਇੱਕ ਕਰ ਦਿੰਦਾ। ਦੇਖਣ ਮਾਤਰ ਦੋ ਨਹੀਂ ਪ੍ਰਤੀਤ ਹੁੰਦੇ, ਇੱਕ ਹੀ ਪ੍ਰਤੀਤ ਹੁੰਦੇ। ਇਸੀ ਤਰ੍ਹਾਂ ਉਹ ਰੂਹਾਂ ਜੀਵਾਤਮਾ ਨੂੰ ਪਰਮਾਤਮਾ ਦੇ ਨਾਲ ਮਿਲਾਉਣ ਵਾਸਤੇ ਸ਼ਬਦ ਰੂਪੀ ਟਾਂਕੇ ਦੁਆਰਾ ਉਹਨਾਂ ਨੂੰ ਇਹ ਦੁਨੀਆ ਵਿੱਚ ਆਉਂਦੇ, ਯਾਨੀ ਦੁਨੀਆ ਵਿੱਚ ਟੁੱਟੀਆਂ ਰੂਹਾਂ ਨੂੰ ਜੋੜਨ ਵਾਸਤੇ ਆਉਂਦੇ ਹਨ। ਆਪਣੇ ਵਾਸਤੇ ਨਹੀਂ ਆਉਂਦੇ। ਜਿਵੇਂ ਡਾਕਟਰ ਦਵਾਈ ਦੇਣ ਵਾਸਤੇ ਜਾਂਦਾ ਹੈ, ਉਹ ਸੁਤੰਤਰ ਹਨ, ਉਹ ਕਰਮਾਂ ਦੇ ਚੱਕਰ ਤੋਂ ਪਰੇ ਹਨ। ਉਹਨਾਂ ਨੂੰ ਕਾਰਕ ਕਿਹਾ ਜਾਂਦਾ ਹੈ। ਉਹਨਾਂ ਨੂੰ ਦੁਨੀਆ ਦੇ ਫਾਇਦੇ ਵਾਸਤੇ ਆਉਂਦੇ ਨੇ। ਇੱਕ ਸਰੀਰ ਧਾਰ ਕੇ ਬਹੁਤ ਫਾਇਦਾ ਕੀਤਾ, ਉਹ ਛੋੜਤਾ, ਹੋਰ ਸਰੀਰ ਧਾਰ ਕੇ ਬਹੁਤ ਇਤਿਆਦ। ਉਹਨਾਂ ਦੀ ਗਤੀ ਇਹੋ ਜਿਹੀ ਦੱਸੀ ਹੈ। 6 ਕਿਸਮ ਦੀ ਗਤੀ ਦੱਸੀ। ਇੱਥੇ ਗੁਰੂ ਜੀ ਗੁਰੂ ਅਰਜਨ ਦੇਵ ਮਹਾਰਾਜ ਭਗਤਾਂ ਦੀ ਗਤੀ ਦਰਸਾ ਰਹੇ ਹਨ। ਦਰਗੇ ਮਿਲਦਾ ਤੋਂ ਗੁਰਾਂ ਦੇ ਨਾਲ ਰੱਤਿਆਂ, ਗੁਰਾਂ ਦੇ ਨਾਲ ਰੱਤਿਆਂ। ਦਰਗੇ ਮਿਲਦਾ ਗੁਰਾਂ ਦੇ ਨਾਲ ਰੱਤਿਆਂ, ਗੁਰਾਂ ਦੇ ਨਾਲ ਰੱਤਿਆਂ। गुरु अर्जन देव महाराज की हजूरी विच प्रेमी दूसरे बैकुंठ का आनंद मान रहे। कहत कबीर अब कहिए काहे, साध संगत बैकुंठे आए। साध संगति बैकुंठ है, बिरती टुकाओ। शब्द दे विच हरि जिस जस विच बिरती नूं लीन करो। जो उस एकाग्रता का आनंद है वो भजन आनंद। इहो जिहे बैकुंठ विच आनंद ने, बैकुंठ विच भजन आनंद ही होगा। तो आओ ख्याल करो, एक प्रेमी लाहौर तो जिसका नाम भाई बुद्धू पंजाबे का काम करता, वो आके नमस्कार करता है, गल विच भला पाए हजूर के सामने खलो जाता है। पूछा गया भाई बुद्धू की गल? उसने प्रार्थना की जी गरीब नवाज सिख हर दोनों जहाना विच गुरु की मदद चाहता है। बिहार परमार्थ सिख का गुरु की कृपा नाल ही सिद्ध होना है। मैं बहुत सारा कर्जा लेके एक काम आरंभ किया। मैंने पंजाबे लाए बहुत सारे इटा पथाइयां हैं,
ਉਹਨਾਂ ਨੂੰ ਅੱਗ ਦੇਣ ਤੋਂ ਪਹਿਲੇ ਹਜ਼ੂਰ ਦੇ ਚਰਨਾਂ ਵਿੱਚ ਹਾਜ਼ਰ ਹੋਏ। ਆਪ ਕਿਰਪਾ ਕਰੋ, ਬਚਨ ਕਰੋ ਤਾਂ ਕਿ ਉਹ ਮੇਰੀਆਂ ਇੱਟਾਂ ਸੋਹਣੀਆਂ ਪੱਕ ਜਾਣ। ਗੁਰੂ ਜੀ ਨੇ ਫਰਮਾਨ ਕੀਤਾ, ਭਾਈ ਬੁੱਧੂ ਕੁਛ ਕੰਮ ਕਰਨ ਤੋਂ ਪਹਿਲੇ ਗੁਰੂ ਕੇ ਨਿਮਿਤ ਨੂੰ ਭੋਜਨ ਕਰ ਸਿੱਖ ਸੰਤਾਨ। ਉਸ ਤੋਂ ਬਾਅਦ ਪੰਜਾਬੀ ਨੂੰ ਅੱਗ ਦੇਣ, ਤੇਰੀ ਇੱਟਾਂ ਸੋਹਣੀਆਂ ਪੱਕ ਜਾਣਗੀਆਂ। ਇਹ ਬਚਨ ਕਰ ਦਿੱਤਾ। ਭਾਈ ਬੁੱਧੂ ਨੇ ਆ ਕੇ ਇਸੇ ਤਰ੍ਹਾਂ ਕੀਤਾ, ਆਪਣੀ ਤਿਆਰੀ ਕਰਕੇ ਇੱਟਾਂ ਪੰਜਾਬੀ ਵਿੱਚ ਚਣਾ ਕੇ ਉਸ ਤੋਂ ਬਾਅਦ ਬਹੁਤ ਕਿਸਮ ਦੇ ਖਟਰਸ ਭੋਜਨ ਤਿਆਰ ਕੀਤੇ। ਸਿੱਖ ਸੰਗਤਾਂ ਨੂੰ ਆਪਣੇ ਘਰ ਨਵੰਤਨ ਦਿੱਤੇ, ਬੁਲਾਇਆ ਗਿਆ। ਵੱਡਾ ਭਾਰਾ ਵਿਹੜਾ ਹੈ ਭਾਈ ਬੁੱਧੂ ਦਾ, ਉਸ ਦੇ ਵਿੱਚ ਪੰਗਤਾਂ ਲੱਗ ਗਈਆਂ, ਭੋਜਨ ਵਰਤਾਏ ਗਏ, ਸੰਗਤਾਂ ਛਕਣ ਲੱਗ ਗਈਆਂ। ਬਾਹਰਲਾ ਦਰਵਾਜ਼ਾ, ਬਾਹਰਲਾ ਗੇਟ ਬੰਦ ਕਰ ਦਿੱਤਾ ਗਿਆ ਕਿਉਂਕਿ ਅੰਦਰ ਥਾਂ ਹੈ ਨਹੀਂ। ਹੁਣ ਇਤਨੇ ਨੂੰ ਇੱਕ ਮਸਤ ਫਕੀਰ ਮਸਤਾਨਾ ਸਿੱਖ ਆ ਕੇ ਦਰਵਾਜ਼ਾ ਖਟਖਟਾਉਂਦਾ ਹੈ। ਬੁੱਧੂ ਦਰਵਾਜ਼ਾ ਖੋਲ, ਮੈਨੂੰ ਭੁੱਖ ਲੱਗੀ ਹੈ। ਬੁੱਧ ਨੇ ਕਿਹਾ, ਬਾਬਾ ਜੀ ਜ਼ਰਾ ਠਹਿਰੋ, ਧੀਰਜ ਕਰੋ, ਹੁਣ ਅੰਦਰ ਥਾਂ ਨਹੀਂ, ਪੰਗਤਾਂ ਲੱਗ ਚੁੱਕੀਆਂ ਹੋਈਆਂ ਹਨ, ਸੰਗਤ ਭੋਜਨ ਛਕਣ ਲੱਗ ਪਈ ਹੈ। तो थोड़े मिनटों में छक हटेंगे, दूसरी पंक्ति फिर लगाई जाएगी, आपको अच्छी तरह तृप्त करके भोजन छकाया जाएगा। तो नहीं, मैंने भुख लगी है, जल्दी दरवाजा खोल। जेडे जे मस्ताने होंगे वो खास मर्यादा की परवाह नहीं करा करते। खैर भाई बुद्धू ने दरवाजा नहीं खोला क्योंकि अंदर था कोई नहीं सी। इतने नु सारी संगत ने भोजन छक लिया, चुगला पड़िया जी गरीब नवाज। भाई बुद्धू ने सारी सिख संगत ने भोजन छकाया। कृपा करो इस दी इट्टां सोहणियां पक जाण। ਇਹ ਜਦੋਂ ਚੁੱਲ੍ਹਾ ਪੜਿਆ ਬਾਹਰੋਂ ਆਵਾਜ਼ ਆਈ, ਕਹਿਣ ਲੱਗੇ ਨਹੀਂ ਇੱਟਾਂ ਪੱਕਣਗੀਆਂ ਨਹੀਂ, ਸਾਰੀਆਂ ਪਿੱਲੀਆਂ ਰਹਿਣਗੀਆਂ। ਉਹ ਸਿੱਖ ਨੇ, ਭਾਈ ਲੱਖੂ ਨੇ ਇਹ ਆਵਾਜ਼ ਦਿੱਤੀ। ਇਹ ਬਚਨ ਸੁਣ ਕੇ ਭਾਈ ਬੁੱਧੂ ਕਹਿਣ ਲੱਗਾ, ਮੈਨੂੰ ਤਾਂ ਗੁਰੂ ਦਾ ਹੁਕਮ ਹੈ, ਗੁਰਜਨ ਦੇ ਮਹਾਰਾਜ ਜੀ ਦਾ, ਵੀ ਤੇਰੀ ਇੱਟਾਂ ਸੋਹਣੀਆਂ ਪੱਕ ਜਾਣਗੀਆਂ। ਤੁਸੀਂ ਕਹਿੰਦੇ ਹੋ ਪਿੱਲੀਆਂ ਰਹਿਣਗੀਆਂ, ਇਹ ਕੈਸੇ ਹੋ ਸਕਦਾ ਹੈ? ਉਹ ਕਹਿਣਗੇ ਦੇਖ ਲਈ, ਫਿਰ ਤੈਨੂੰ ਰੋਟੀ ਨਹੀਂ ਖਵਾਈ, ਦੇਖ ਲਈ ਪੱਕ ਜਾਣਗੀਆਂ ਜੇ। ਮੈਨੂੰ ਮੈਂ ਪੱਕਣਗੀਆਂ। ਇੰਨਾ ਕਹਿ ਰਿਹਾ, ਉਹ ਪਰਵਾਹ ਨਹੀਂ ਕੀਤੀ, ਆਪਣਾ ਪਤਾ ਨਹੀਂ ਕਿੱਧਰ ਨੂੰ ਜਾਣਤਾ ਹੋ ਗਿਆ। ਭਾਈ ਬੁੱਧੂ ਨੇ ਇਸੇ ਤਰ੍ਹਾਂ ਪੰਜਾਬੀ ਨੂੰ ਅੱਗ ਦੇ ਦਿੱਤੀ। ਨਿਯਤ ਦਿਨ ਦੇ ਉੱਪਰ ਜਦੋਂ ਉਹ ਖੋਲੇ ਗਏ ਸਾਰੇ ਪੰਜਾਬੇ, 100% ਇੱਟਾਂ ਪਿੱਲੀਆਂ ਨਿਕਲੀਆਂ। ਬੜਾ ਸ਼ੌਕ ਹੋਇਆ। ਸੋ ਸ਼ੌਕ ਹੋਣਾ ਹੀ ਸੀ, ਕਰਜ਼ਾ ਲੈ ਕੇ ਕੰਮ ਆਰੰਭ ਕੀਤਾ ਸੀ ਤੇ ਉਹ ਕੰਮ ਸਿਰੇ ਨਾ ਚੜਿਆ। ਉਸੇ ਵਕਤ ਸ੍ਰੀ ਅੰਮ੍ਰਿਤਸਰ ਨੂੰ ਰਵਾਨਾ ਹੋ ਗਿਆ। ਗੁਰੂ ਜੀ ਦੇ ਚਰਨ ਵਿੱਚ ਆ ਕੇ ਪ੍ਰਾਰਥਨਾ ਕੀਤੀ, ਪ੍ਰਭੂ ਗਰੀਬ ਨਵਾਜ਼, ਹਜ਼ੂਰ ਨੇ ਤਾਂ ਹੁਕਮ ਕੀਤਾ ਸੀ ਇੱਟਾਂ ਸੋਹਣੀਆਂ ਪੱਕਣੀਆਂ, ਪਰ ਸੱਚੇ ਪਾਤਸ਼ਾਹ 100% ਇੱਟਾਂ ਪਿੱਲੀਆਂ ਨਿਕਲੀਆਂ। ਇਹ ਵਚਨ ਸੁਣ ਕੇ ਗੁਰੂ ਜੀ ਨੇ ਕਿਹਾ, ਮੇਰੇ ਕਿਸੇ ਪਿਆਰੇ ਦਾ ਹਿਰਦਾ ਦੁਖੀ ਕੀਤਾ ਹੋਣਾ, ਕੋਈ ਗੱਲ ਦੱਸ, ਕੋਈ ਗੱਲ ਹੋਈ ਹੋਣੀ ਹੈ। हाँ गरीबा भाई लखू आया, उसने क्या दरवाजा खोलोगे, पंक्ति लगी हुई सी। मैं प्रार्थना की, ठहर जाओ, फिर आपको दूसरी पंक्ति भोजन छकाया जाएगा। इधर चूल्हा पड़ा, संगत इट्टा पक जान, वो कहते नहीं पकणगियां, पिल्लियां रहणगियां। मैं क्या ये कैसे हो सकता है, गुरु जी के बचन है। वो कहते मेरे अंदर भी तो गुरु बैठा कह रहा है, मैं तो नहीं कह रहा। तो दसिया ना श्री कृष्ण जी ने, हाँ दो मैं और संत दो नाही, मैं ही दसों संत रिद माही। इस करके मेरे अंदर भी तो गुरु वसदा, वो कह रहा, मैं खुद नहीं कह रहा। इस करके इतना पिल्लियां रह गई। साध संगत तो यह गल कही गुरु जी के चरणों में। इस भाई बुद्धू ने, गुरु जी कहने लगे, बुद्धू चंगी गल ना की, मेरे प्यारे का हिरदा दुखी नहीं सी करना, क्योंकि जिसके अंदर मैं वसदा दरअसल वो मैनू ही दुखी करना हुंदा है। जिसके अंदर मेरे स्वरूप का ध्यान आया और श्वास मेरा सिमरन उस नाल लगी हुई है, उसके अंदर मैं ही दरअसल ना, शरीर ही उसका हुंदा है, अंदर वासा मेरा होया करता है। जिसकी होन विरत हो गई शब्द दे व्यास द्वारा, तो वो शरीर गुरु परमेश्वर का ही हुंदा है। इस करके मैं गलती की। अखीर बुद्ध ने अर्ज की, गरीब आप गुरु हो, वो सिख है, आपका बचन मुक्त होना चाहिए सी। गुरु जी कहने लगे, भाई बुद्धू मेरे प्यारे मेरा बचन उलट दिन, पर मैं उन्होंने बचन नहीं उलटता। मेरी बद्दी होई भगत छुड़ावे, भगत
दास आनंद मेरो निज रूप, दास आनंद मेरो निज रूप, दर्शन निमताप त्रिमोचन, परसत करत मुक्त ग्रह कूप, मेरी बांधी भक्त छुड़ावे, बांधी भक्त न छूटे मोए, एक समय मुँह को कह बांधे तू मुँह पे जवान। भाई बुद्धू तेरी किसी मेरे भक्त को लद सकते हैं, लेकिन मैं उन्होंने किसी को लद नहीं सकता। जो ये करें तो ही प्रभु माने, कोई राम नाम रंग राते। देखना द्वापर युग दे विच कृष्ण जी ने कुल नाश करवा ਲਈ ਸੀ। द्वापर युग ਦੇ ਵਿੱਚ ਅੱਜ ਬਹੁਤ ਸਾਰੇ ਰਿਸ਼ੀ ਪ੍ਰਵਾਸ ਖੇਤਰ ਤੇ ਬੈਠੇ ਹੋਏ ਹਨ। ਜਾਦਵ ਕੁਲ ਦੇ ਮੁੰਡਿਆਂ ਨੂੰ ਅਪਮਾਨ ਹੋ ਗਿਆ, ਸਾਡੇ ਕੁਲ ਵਿੱਚ ਕ੍ਰਿਸ਼ਨ ਭਗਵਾਨ ਦਾ ਜਨਮ। ਅਪਮਾਨ ਸਤਿਆਨਾਸ਼ ਦਾ ਕਾਰਨ ਹੁੰਦਾ ਹੈ। ਅੱਜ ਦੀ ਨਿਮਰਤਾ ਇਸ ਨੂੰ ਬੇਅੰਤ ਸੁਖ ਦਿੰਦੀ ਹੈ, ਪਰ ਹੰਕਾਰ ਤਾਂ ਬੁਰੀ ਚੀਜ਼ ਹੈ। ਹਰ ਜੀਵ ਹੰਕਾਰ ਨਾ ਭਾਵੇ, ਵੇਦ ਕੂਕ ਸੁਣਾਵੇ। ਪਰਮੇਸ਼ਰ ਨੂੰ ਹੰਕਾਰ ਕਿਸੇ ਕਿਸਮ ਦਾ ਵੀ ਨਹੀਂ ਪਾਉਂਦਾ। ਇਹ ਵੇਦ ਕੂਕਾਂ ਮਾਰ ਮਾਰ ਸੁਣਾ ਰਿਹਾ। ਇਸ ਕਰਕੇ ਉਹਨਾਂ ਨੂੰ ਅਪਮਾਨ ਹੋ ਗਿਆ। ਕ੍ਰਿਸ਼ਨ ਭਗਵਾਨ ਸਾਡੀ ਕੁਲ ਵਿੱਚ ਹਨ। ਜਦੋਂ ਇਨਸਾਨ ਦੇ ਚਿੱਤ ਵਿੱਚ ਅਪਮਾਨ ਆਉਂਦਾ ਹੈ, ਕੋਈ ਗਲਤ ਸਟੈਪ ਲੈਂਦਾ ਹੈ, ਗਲਤ ਸਟੈਪ ਲੈ ਕੇ ਉਹਦਾ ਨਤੀਜਾ ਬੁਰਾ ਨਿਕਲਿਆ ਕਰਦਾ ਹੈ। ਅੱਜ ਇਹ ਨੌਜਵਾਨ ਮੁੰਡੇ, ਚੜ੍ਹਦੀ ਉਮਰ ਦੇ ਮੁੰਡੇ, ਇੱਕ ਤਾਂ ਉਮਰ ਹੈ ਜੀ ਬੁੜਾ ਅਵਸਥਾ, ਦੂਸਰੇ ਅਪਮਾਨ ਚਿੱਤ ਵਿੱਚ ਆ ਜਾਣਾ। ਫਿਰ ਕਹਿਣਾ ਕੀ ਹੈ? ਸੋ ਜਿਨ੍ਹਾਂ ਵਿੱਚ ਕ੍ਰਿਸ਼ਨ ਭਗਵਾਨ ਦਾ ਲੜਕਾ ਸਾਂਭ ਵੀ ਸੀ, ਅੰਦਾੜੀਏ ਮੁੰਡੇ, ਉਹਨਾਂ ਨੇ ਪਿੱਛੇ ਨੂੰ ਗੁੱਤਾਂ ਕਰ ਲਈਆਂ, ਜਨਾਨੇ ਬਸਤਰ ਪਹਿਨ ਲਏ ਵੀ ਚਲੋ ਇਹ ਪਖੰਡੀ ਰਿਸ਼ੀ ਇੱਥੇ ਬੈਠੇ ਨੇ, ਚੱਲ ਕੇ ਮੁਕਾਬਲਾ ਕਰੀਏ। ਚੱਲ ਕੇ ਹੰਕਾਰ ਨੇ ਚਿੱਤ ਵਿੱਚ ਐਸਾ ਫਤੂਰ ਪੈਦਾ ਕਰ ਦਿੱਤਾ, ਉਹਨਾਂ ਦੇ ਚਿੱਤ ਵਿੱਚ ਇਹੋ ਜਿਹਾ ਆਇਆ। ਸੋ ਸਾਂਭ ਕ੍ਰਿਸ਼ਨ ਦਾ ਲੜਕਾ
उसके पेट पर लीड़े लूड़े जे बन के गर्भवती स्त्री का रूप बना देता। और मुंडिया ने जनाने कपड़े पहन ले, लड़कियां बन गए। आके जिथे तपस्या करते थे प्रवास क्षेत्र ते ऋषि मूरे पहला दरवासा जी बैठे सन। आके उन्होंने नमस्कार की, नमस्कार करके सामने बैठ गए। कप नाल गल चलाई, महाराज आप ऋषि हो, त्रिकाली हो, त्रिकालदर्शी हो। ये लड़की शर्म के मारे आप तो बोलना नहीं चाहती, ये पूछना चाहती है लड़का जन्मेगा या लड़की जन्मेगी। जदों ये गल दरवासा जी ने सुनी, अखां क्रोध विच मिसाल वांगू मच उठियां। सोचा जेकर इन्हां नूं कुछ पढ़ना भुगताया जाए की समझणगे। उस मौके क्रोध विच आके कहने लगे, ये पूछना चाहते हो? हाँ महाराज। कहने लगे, इस तो वो जन्मेगा जिहड़ा तुहाडी कुल दा नाश करेगा। ये वचन कर दिता, 7 वचन लादा। सो ये वचन सुन के ये मुंडे डर गए, बड़े घबराए। जो इन्होंने श्राप दे दिता है, बाहर आके वो कपड़े खोले, की देखते उन्होंने विचों एक लोहे का मूसल प्राप्त होया। हालांकि है नहीं सी, फिर तो बहुत ही भयभीत हुए भी इन्हें कोई चंद जरूर चाड़ना है। कृष्ण भगवान के पास आके प्रार्थना करते, महाराज सानू दरवासा जी ने श्राप दे दिता, कृपा करके आप बख्शो, क्षमा करो। तो कहने लगे, संत बिला वजह किसी ने बर श्राप नहीं देंगे, तुसीं कोई छेड़छाड़ की होनी, तो गल होनी, सच दसो की गल है। सारी गल फिर उन्होंने दसी, यूं करके महाराज असीं गए, ये गल सी। उस मौके कृष्ण जी कहते, पढ़ो जेकर संतां दी सेवा नहीं सी करनी, कम से कम संतां नूं मखौल तां नहीं करना चाहिए। हो सके सेवा करो, नहीं चुप रहो। तुसीं जाके उन्होंने मखौल करन लग पे, इहदा फल तां भी इहो जिहा होना है। सुख कदे ना पाउंदे जी मुक्त नर संतां नाल खसदे, कदे ना पाउंदे नर संतां नाल नानक विचारें संत मुन जन, 4 वेद कहंदे, भगत मुख ते बोलदे से वचन हो बंदे। प्रगट पहारा जापदा सब लोग सुनंदे, सुख न पैन मुग्ध नर संत नाल खहंदे। संतां नाल कहण वाले पुरुष सुख नहीं पाया करदे। कृष्ण जी कहंदे, जेकर तुसीं नहीं सेवा करनी सी, कम से कम कहना तां नहीं सी चाहीदा, तुसीं तां जाके उन्हां नूं मखौल करन लग पए, फिर इहदा फल होना ही सी। जो दरवासा जी ने कहा, मैं नहीं बचन मेटण नूं समर्थ। हाँ, तुहानूं एक गल दस देना, जुक्ति दस देना, शायद ये श्राप टल जाए, वो तुसीं उपाय कर क्योंकि दसो। पहले तो यह मूसल जिहड़ा है, इसनूं रगड़ के इसका बीज नाश करो, क्योंकि ये कारण बनता उस कार्य का। तो कारण खत्म करो पहले, तो इसनूं रगड़ के इनू खत्म करो। उन्होंने रेती नाल रगड़ के उस दा बूर सी जिहड़ा दरिया विच फेंक दिता, वो हवा दे देग नाल एक किनारे जा लगे, उसकी दब पैदा हो गई, तो तारे खंडे आ गए।
ਜਿਹੜੀ ਮੁਖੀ ਰਗੜਨ ਵਿੱਚ ਥੋੜੀ ਜੀ ਨਹੀਂ ਆ ਸਕੀ ਸੀ, ਉਹ ਦਰਿਆ ਵਿੱਚ ਫੈਂਕ ਦਿੱਤੀ, ਉਹਨੂੰ ਮੱਛੀ ਨਿਕਲੀ। ਉਹ ਮੱਛੀ ਇੱਕ ਬੱਦਕ ਦੇ ਹੱਥ ਆਈ, ਸ਼ਿਕਾਰੀ ਦੇ ਹੱਥ ਆਈ, ਉਹ ਚੀਰੀ ਤਾਂ ਉਸਨੇ ਆਪਣੇ ਤੀਰ ਨੂੰ ਲਵਾ ਲਈ, ਜਿਹੜਾ ਤੀਰ ਕ੍ਰਿਸ਼ਨ ਭਗਵਾਨ ਦੇ ਚਰਨ ਵਿੱਚ ਜਾ ਕੇ ਲੱਗਦਾ। ਬਾਕੀ ਕ੍ਰਿਸ਼ਨ ਜੀ ਨੇ ਕਿਹਾ, ਇਉਂ ਕਰੋ ਤੁਸੀਂ द्वारका ਵਿੱਚ ਸਾਰੇ ਜਿਤਨੇ ਬੱਚੇ ਜ਼ਨਾਨੀਆਂ ਜਾਂ ਬਿਰਧ ਹਨ ਇੱਥੇ ਰਹਿ ਜਾਓ, ਬਾਕੀ ਜਿਤਨੇ ਨੌਜਵਾਨ ਉਹ ਚੱਲ ਗਏ। ਤਪ ਕਰੋ, ਭਜਨ ਕਰੋ, ਪ੍ਰਾਸ਼ਚਿਤ ਕਰੋ। ਪ੍ਰਾਸ਼ਚਿਤ ਕਰਮ ਉਹ ਹੁੰਦਾ ਹੈ, ਕੋਈ ਗਲਤੀ ਹੋ ਜਾਏ ਉਸ ਦੀ ਨਿਵਰਤੀ ਵਾਸਤੇ ਉਹਦਾ ਫਲ ਦੁੱਖ ਹੁੰਦਾ, ਯਾਨੀ ਪਾਪ ਕਰਮ ਦਾ ਫਲ ਦੁੱਖ ਹੁੰਦਾ। ਉਸ ਦੀ ਨਿਵਰਤੀ ਵਾਸਤੇ ਪਹਿਲੇ ਹੀ ਪ੍ਰਾਸ਼ਚਿਤ ਕੋਈ ਇਹੋ ਜਿਹਾ ਕਰਮ ਕਰ ਲੈਣ ਜਿਸ ਕਰਕੇ ਉਹਦਾ ਫਲ ਦੁੱਖ ਨਾ ਮਿਲੇ, ਸੋ ਉਹਨੂੰ ਪ੍ਰਾਸ਼ਚਿਤ ਕਰਮ ਕਹਿੰਦੇ। ਭਾਵੇਂ ਕਰਮਾਂ ਦੀ ਫਿਲਾਸਫੀ ਬੜੀ ਲੰਮੀ ਚੌੜੀ ਹੈ, ਰਹਿਤ ਕਰਮ, ਵਿਹਿਤ ਕਰਮ ਇਤਿਆਦਿ ਹੈ, ਬਹੁਤ ਸਾਰੇ ਕਰਮ ਹਨ। ਪ੍ਰਾਸ਼ਚਿਤ ਕਰਮ ਉਹਨੂੰ ਕਿਹਾ ਜਾਂਦਾ। ਸੋ ਕੁਛ ਪਾਠ ਪੂਜਾ ਦੱਸਿਆ, ਫਿਰ ਉੱਥੇ ਸ਼ਰਤ ਰੱਖੀ, ਕਹਿਣਗੇ ਦੇਖੋ ਸ਼ਰਾਬ ਕਿਸੇ ਨੇ ਨਹੀਂ ਪੀਣੀ, ਇਹ ਖਿਆਲ ਰੱਖੋ, ਇੱਥੇ ਪਾਠ ਭਜਨ ਪਾਠ ਕਰੋ, ਸ਼ਾਇਦ ਉਹ ਤੁਹਾਡਾ ਜਿਹੜਾ ਸ਼ਰਾਬ ਰਿਸ਼ੀ ਦਰਵਾਸ਼ਾ ਜੀ ਨੇ ਦਿੱਤਾ ਸ਼ਾਇਦ ਟਲ ਜਾਵੇ, ਪੂਰਾ ਹੀ ਟਲ ਜਾਵੇ, ਜਾਂ ਸੂਲੀ ਦੀ ਸੂਲ ਬਣ ਜਾਵੇ, ਸੂਖਸ਼ਮ ਹੋ ਜਾਵੇ। ਸੋ ਇਉਂ ਇਹਨਾਂ ਨੇ ਇਸੀ ਤਰ੍ਹਾਂ ਕੀਤਾ। ਭਲਾ ਜਿਸ ਨੂੰ ਸ਼ਰਾਬ ਪੀਣ ਦੀ ਆਦਤ ਕਿਵੇਂ ਛੱਡੇ? ਬਚਨ ਤੇ ਵਿਸ਼ਵਾਸ ਰੱਖਦੇ ਤਾਂ ਗੱਲ ਟਲ ਜਾਂਦੀ। ਸਾਧ ਸੰਗਤ ਸ਼ਰਾਬ ਐਸੀ ਬੁਰੀ ਬਲਾ ਹੈ, ਇਸ ਤੇ ਸਾਰੇ ਐਬ ਪੈਦਾ ਹੁੰਦੇ ਹਨ। ਜਿਹੜਾ ਆਦਮੀ ਸ਼ਰਾਬ ਛੱਡਦੇ ਸਮਝੋ ਉਹਨੇ ਸਾਰੀ ਦੁਨੀਆ ਦੇ ਐਬ ਛੱਡ ਦਿੱਤੇ। ਸੋ ਸਾਰੇ ਐਬਾਂ ਦਾ ਮੂਲ ਸ਼ਰਾਬ ਹੋਇਆ ਕਰਦੀ ਹੈ। ਸੋ ਖੈਰ ਇਉਂ ਇਸੀ ਤਰ੍ਹਾਂ ਪਹਿਲੇ ਤਾਂ ਕੁਝ ਦਿਨ ਆਪਣਾ ਪਾਠ ਪੂਜਾ ਜਿਵੇਂ ਦੱਸਿਆ ਸੀ ਕਰਦੇ ਰਹੇ, ਉਸ ਤੋਂ ਬਾਅਦ ਚੋਰੀ ਚੋਰੀ ਸ਼ਰਾਬ ਪੀਣ ਲੱਗ ਪਏ। ਸੋ ਅਖੀਰ ਹੌਲੀ ਹੌਲੀ ਉਹ ਸ਼ਰਾਬ ਪੀ ਕੇ, ਸ਼ਰਾਬ ਦਾ ਸੁਭਾਅ ਹੀ ਹੈ ਸ਼ਰਾਰਤ ਦਾ ਪਾਣੀ, ਸ਼ਰੇਆਬ ਫਾਰਸੀ ਲਫ਼ਜ਼ ਹੈ ਸ਼ਰਾਰਤ, ਜਿਸ ਨੂੰ ਪੀ ਕੇ ਚਿੱਤ ਦੀ ਸ਼ਰਾਰਤ ਪੈਦਾ ਹੋਈ। ਸੋ ਹੌਲੀ ਹੌਲੀ ਉਹਨਾਂ ਨੇ ਇਹ ਪੀ ਕੇ ਬੋਲਣਾ ਸ਼ੁਰੂ ਕਰਤਾ। ਉਸ ਤੋਂ ਬਾਅਦ ਗਾਲੀ ਗਲੌਜ ਸ਼ੁਰੂ ਹੋ ਗਈ, ਮੁੱਕੀ ਤੱਫਾ ਸ਼ੁਰੂ ਹੋ ਗਿਆ, ਸ਼ਸਤਰ ਸੇ ਉਹ ਚੱਲ ਪਿਆ, ਉਸ ਜੀ ਲੜ ਪਏ। ਫਿਰ ਜਦੋਂ ਸ਼ਸਤਰ ਵੀ ਟੁੱਟ ਗਏ, ਉਹ ਜਿਹੜੀ ਤਬ ਉਸ ਨੂੰ ਰਗੜ ਕੇ ਜਿਸ ਦੇ ਦੂਰ ਤੋਂ ਪੈਦਾ ਹੋਈ ਸੀ ਰਿਸ਼ੀ ਦੇ ਬਚਨ ਨਾਲ, ਉਹ ਤਬ ਉਖੇੜ ਦੇਣ, ਤਲਵਾਰ ਦਾ ਕੰਮ ਦਿੰਦੇ ਸਿਰਾ ਹੋ ਜਾਂਦਾ ਹੈ। ਇਉਂ ਦੱਸ ਦੇਣ ਸਾਰੇ ਜਦ ਉਸੇ ਲੜਕੇ ਆਪਸ ਵਿੱਚ ਹੀ ਮਰ ਗਏ। ਯਾਨੀ ਇਹ ਉਹ ਮੁਖੀ ਜਿਹੜੀ ਰਗੜਨ ਵਿੱਚ ਨਹੀਂ ਸੀ ਆ ਸਕੀ, ਉਹ ਬੱਦਕ ਦੇ ਹੱਥ ਆਈ, ਉਸਨੇ ਆਪਣੇ ਤੀਰ ਨੂੰ ਚੰਗੀ ਜਾਣ ਕੇ ਜੜਾ ਲਈ। ਸੋ ਉਹ ਇੱਕ ਦਿਨ ਸ਼ਿਕਾਰ ਢੂੰਡਦਾ ਆਇਆ। ਕ੍ਰਿਸ਼ਨ ਜੀ ਇੱਕ ਦਰਖਤ ਹੇਠਾਂ ਗੋਡੇ ਤੇ ਪੈਰ ਰੱਖੀ ਪਏ ਸਨ, ਜੈ ਸੁਤਾ ਪ੍ਰਵਾਸ ਵਿੱਚ ਗੋਡੇ ਉੱਪਰ ਪੈਰ ਪਸਾਰੇ, ਚਰਨ ਕਮਲੇ ਪਦਮ ਹੈ ਜਨਮ ਚਲਕੇ ਵਾਂਗ ਤਾਰੇ, ਬੱਦਕ ਆਇਆ ਭਾਲਦਾ ਮਿਰਗੇ ਜਾਨ ਬਾਣ ਲੈ ਮਾਰੇ। ਸੋ ਸ਼ਿਕਾਰੀਆਂ ਦੂਰੋਂ ਚਰਨ ਵਿੱਚ ਪਦਮ ਰੇਖਾ ਸੀ, ਸੋ ਇਉਂ ਪ੍ਰਤੀਤ ਹੋਈ ਉਸ ਨੂੰ ਜਿਵੇਂ ਮਿਰਗ ਦੀ ਅੱਖ ਹੁੰਦੀ ਹੈ। ਸ਼ਿਸਤ ਲੈ ਕੇ ਜਿਉਂ ਬਾਣ ਛੱਡਿਆ ਉਹ ਚਰਨ ਵਿੱਚ ਆ ਕੇ ਲੱਗਦਾ, ਚੱਕਣ ਵਾਸਤੇ ਮੈਂ ਆਪਣਾ ਸ਼ਿਕਾਰ ਚੱਕਾਂ, ਅੱਗੇ ਜਾ ਕੇ ਹੋਰ ਹੀ ਕੁਛ ਹੋਇਆ ਪਿਆ। ਸੋ ਬੜਾ ਅਫਸੋਸ ਕੀਤਾ, ਯਾਨੀ ਪਛਤਾਪ ਕੀਤਾ। ਕਿਸੇ ਨੇ ਕਹਿੰਦੇ ਕੋਈ ਫਿਕਰ ਨਾ ਕਰ ਭਾਈ, ਜੋ ਹੋਣਾ ਸੀ ਹੋ ਗਿਆ, ਰਿਸ਼ੀ ਦਾ ਸ਼ਰਾਪ ਸੀ। ਯਾਨੀ ਉਸ ਬਾਣ ਨਾਲ ਕ੍ਰਿਸ਼ਨ ਜੀ ਦੇ ਸਰੀਰ ਦਾ ਅੰਤ ਹੋਇਆ। ਸੋ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਦੁਆਪਰ ਯੁੱਗ ਦੇ ਵਿੱਚ ਆਪਣਾ ਬਚਨ, ਯਾਨੀ ਰਿਸ਼ੀ ਦਾ ਬਚਨ ਮੁੱਖ ਰੱਖਿਆ ਤੇ ਆਪਣੇ ਬਚਨ ਨੂੰ ਮੁਖਤਾ ਨਾ ਦਿੱਤੀ। ਇਸੀ ਤਰ੍ਹਾਂ ਭਾਈ ਬੁੱਧੂ, ਮੈਂ ਆਪਣੇ ਪਿਆਰਿਆਂ ਦੇ ਬਚਨ ਮੁੱਖ ਰੱਖਦਾ, ਆਪਣੇ ਬਚਨ ਦੀ ਪਰਵਾਹ ਨਹੀਂ ਕਰਦਾ। ਤੈਂ ਬੜੀ ਗਲਤੀ ਕੀਤੀ ਹੈ, ਤੈਂ ਭਾਈ ਲੱਖੂ ਦਾ ਸਤਿਕਾਰ ਨਾ ਕੀਤਾ ਤੇ ਉਸ ਦਾ ਤਸਕਾਰ ਕੀਤਾ, ਉਸ ਦੇ ਚਿੱਤ ਨੂੰ ਪ੍ਰਸੰਨ ਨਾ ਕੀਤਾ। ਇਸ ਕਰਕੇ ਜੋ ਉਹਨੇ ਬਚਨ ਕੀਤਾ ਹੈ, ਮੈਂ ਉਹਦਾ ਬਚਨ ਮੇਟਣ ਨੂੰ ਸਮਰੱਥ ਨਹੀਂ। ਭਾਈ ਬੁੱਧੂ ਬੜਾ ਉਦਾਸ ਹੋਇਆ। ਅੱਜ ਕੀਤੀ ਗਰੀਬ ਨਾਲ, ਮੇਰੇ ਤਾਂ ਫਿਰ ਗਰੀਬ ਮਾਰ ਹੋ ਗਏ, ਮੈਂ ਤਾਂ ਕਰਜ਼ਾ ਲੈ ਕੇ ਕਮਰਾ ਮਚੀਚਿਆ ਸੀ। ਗੁਰੂ ਨੇ ਕਿਹਾ ਚੰਗਾ ਬਚਨ ਤਾਂ ਭਾਈ ਲੱਖੂ ਦਾ ਹੀ ਮੁੱਖ ਰਹੇਗਾ, ਪਰ ਤੇਰੀਆਂ ਪਿੱਲੀਆਂ ਇੱਟਾਂ ਪੱਕਿਆਂ ਦੇ ਭਾਅ ਵਿਕ ਜਾਣਗੀਆਂ, ਤੈਨੂੰ ਘਾਟਾ ਨਹੀਂ ਪਏਗਾ। ਇਹ ਬਚਨ ਗੁਰੂ ਜੀ ਨੇ ਕੀਤਾ। ਉਸ ਸਾਲ ਬਹੁਤੇ ਮੀਂਹ ਪਏ ਲਾਹੌਰ ਦੇ, ਬੜੀਆਂ ਬਾਦਸ਼ਾਹੀ ਬਿਲਡਿੰਗਾਂ ਡਿੱਗੀਆਂ। ਭਾਈ ਬੁੱਧੂ ਦੀਆਂ ਉਹ ਪਿੱਲੀਆਂ ਇੱਟਾਂ ਸੇ ਜਿਹੜੀਆਂ ਸਨ ਉਹ ਪੱਕਿਆਂ ਦੇ ਭਾਅ ਵਿਕੀਆਂ, ਲੇਕਿਨ ਰਿਹਾ। ਇਸੀ ਤਰ੍ਹਾਂ ਇੱਧਰ ਗੁਰੂ ਜੀ ਕੁਛ ਲੱਛਣ ਇਸ ਸ਼ਬਦ ਦੇ ਵਿੱਚ ਸੰਤਾਂ ਦੇ ਬਾਹਰਲੇ ਦਰਸਾਉਂਦੇ ਨੇ। ਜੋ ਇਹ ਕਰੇ ਸੋਈ ਪਰਮ ਮਾਨੇ, ਓਏ ਰਾਮ ਨਾਮ ਰੰਗ ਰਾਤੇ, ਜੋ ਇਹ ਕਰੇ ਸੋਈ ਪਰਮ ਮਾਨੇ, ਜੋ ਇਹ ਕਰੇ ਸੋਈ ਪਰਮ ਮਾਨੇ।
जो ओए करें सोई परम माने, ओए राम नाम रंग राते, तिनकी शोभा सबनी आई, इन प्रभ के चरण प्राप्त। ਇਹ ਸ਼ਬਦ ਦੇ ਵਿੱਚ ਕੁਝ ਲੱਛਣ, ਬਾਝ ਲੱਛਣ ਗੁਰੂ ਅਰਜਨ ਦੇਵ ਮਹਾਰਾਜ ਸਿੱਖਾਂ ਦੇ ਕਹਿਣ ਤੇ ਸੰਤਾਂ ਦੇ ਦਰਸਾਉਂਦੇ ਹਨ, ਜੋ ਉਹ ਕਰਨ ਪਰਮੇਸ਼ਰ ਉਹਨਾਂ ਦੀ ਮੰਨਦਾ ਹੈ, ਕਿਉਂਕਿ ਉਹ ਪਰਮੇਸ਼ਰ ਦੇ ਨਾਮ ਵਿੱਚ ਲਿਵਲੀਨ ਹੈ, ਉਹਨਾਂ ਦੀ ਸੁਰਤ ਹੈ। ਫਿਰ ਤਿਨ ਕੀ ਸ਼ੋਭਾ ਸਭਨੀ ਥਾਈ, ਜੇ ਇਸ ਵਿਸ਼ੇ ਤੇ ਚੱਲੀਏ ਬੇਅੰਤ ਹੋਰ ਫਰਮਾਨ, ਪਰ ਸਮੇਂ ਦੇ ਸੰਕੋਚ ਕਰਕੇ ਅੱਗੇ ਦੱਸਦੇ ਤਿਨ ਕੀ ਸ਼ੋਭਾ ਸਭਨੀ ਥਾਈ, ਜਿਨ ਪ੍ਰਭ ਕੇ ਚਰਨ ਪ੍ਰਾਪਤ। ਉਹਨਾਂ ਦੀ ਸ਼ੋਭਾ ਸਾਰੇ ਥਾਈ ਜਿਨੇ ਪ੍ਰਭੂ ਦੇ ਚਰਨ ਹਿਰਦੇ ਵਿੱਚ ਪਰੋਏ ਹੋਏ ਹਨ। ਤਿਨ ਕੀ ਸ਼ੋਭਾ ਸਭਨੀ ਥਾਈ, ਤਿਨ ਕੀ ਸ਼ੋਭਾ ਸਭਨੀ ਥਾਈ, ਉਹਨਾਂ ਦੀ ਸ਼ੋਭਾ ਇੱਥੇ ਦੁਨੀਆ ਵਿੱਚ ਨਹੀਂ, ਅੱਗੇ ਵੀ ਜਿੱਥੇ ਜਾਂਦੇ ਹਨ। ਰਾਜਾ ਜਨਕ ਜੀ ਬ੍ਰਹਮ ਗਿਆਨੀ ਸਨ। ਜਿਸ ਵਕਤ ਦੇਵਲੋਕ ਗੰਧਰਵਲੋਕ ਨੂੰ ਗਏ, ਰਸਤੇ ਸੰਜਮਨੀਪੁਰੀ ਆਈ, ਧਰਮ ਰਾਜਾ ਜੈਸੇ ਨੇ ਉਹਨਾਂ ਦੇ ਚਰਨਾਂ ਤੇ ਨਮਸਕਾਰਾਂ ਕੀਤੀਆਂ। ਭਗਤ ਬੜਾ ਰਾਜਾ ਜਨਕ ਹੈ, ਗੁਰੂ ਮਾਇਆ ਵਿੱਚ ਉਦਾਸੀ, ਦੇਵਲੋਕ ਨੂੰ ਚੱਲਿਆ ਗਣ ਗੰਧਰਵ ਸਭਾ ਸੁਖਵਾਸੀ, ਜੰਪੁਰ ਗਿਆ ਪੁਕਾਰ ਨੂੰ ਦਿਲ ਲਾਵਨ ਜੀ ਨਰਕ ਨਿਵਾਸੀ। ਧਰਮ ਰਾਏ ਨੂੰ ਆਖੇ ਹੁਣ ਸਭਨਾਂ ਦੀ ਕਰਬੰਦ ਖਲਾਸੀ, ਕਰੇ ਬੇਨਤੀ ਧਰਮ ਹੈ ਹੁਣ ਸੇਵਕ ਠਾਕੇ ਅਬਨਾਸ਼ੀ। ਗਹਿਣੇ ਧਰਿਓ ਏਕ ਨਾਮ ਪਾਪਾਂ ਨਾਲ ਕਰੇ ਨਿਰਜਾਸੀ, ਪਾਸੰਗ ਪਾਪ ਨਾ ਪੁੱਜਣੀ ਠਾਕਰ ਨਾਮ ਅਤੁਲ ਨਾ ਤੁਲਾਸੀ। ਨਰਕੋਂ ਛੁੱਟੇ ਜੀ ਜੰਤ ਗਲੋਂ ਕੱਟੀ ਸਿਲਕ ਜਮ ਫਾਸੀ, ਮੁਕਤ ਜੁਗਤ ਨਾਮੇ ਕੀ ਦਾਸੀ। ਇਉਂ ਸਾਰੇ ਨਰਕ ਖਾਲੀ ਕੀਤੇ ਸਨ। ਸੋ ਗੁਰੂ ਅਰਜਨ ਦੇਵ ਮਹਾਰਾਜ ਇੱਥੇ ਕੁਝ ਲੱਛਣ ਦੱਸ ਰਹੇ ਹਨ। ਇਨਕੀ ਸ਼ੋਭਾ ਸਭਨੀ ਥਾਈ, ਜਿਨ ਪ੍ਰਭ ਕੇ ਚਰਨ ਪ੍ਰਾਤੇ। ਇਉਂ ਮਹਾਂਪੁਰਸ਼ਾਂ ਦੇ ਲੱਛਣ ਹਨ ਜਿਹੜੇ ਇਹ ਕੱਲੀ ਕੱਲੀ ਪੰਕਤੀ ਵਿੱਚ ਗੁਰੂ ਜੀ ਨੇ ਖੋਲ ਕੇ ਦਰਸਾਏ ਹਨ। ਸੋ ਇਉਂ ਗਨਕਾ ਦੇ ਚਿੱਤ ਵਿੱਚ ਜਦੋਂ ਇਹੋ ਜਿਹੇ ਖਿਆਲਾਤ ਪੈਦਾ ਹੁੰਦੇ, ਮਨਾ ਮਾਨੁਖ ਸਰੀਰ ਵਾਹਿਗੁਰੂ ਦੀ ਪ੍ਰਭੂ ਦੀ ਭਗਤੀ ਵਾਸਤੇ ਪ੍ਰਾਪਤ ਹੋਇਆ, ਪਰ ਤੇਰੀ ਜ਼ਿੰਦਗੀ ਦਾ ਰਾਹ ਇਹੋ ਜਿਹੇ ਪਾਸੇ ਹੈ ਜਿਸਨੇ ਹੋਰ ਨਰਕਾਂ ਵਿੱਚ ਲੈ ਜਾਣਾ ਹੈ। ਇਹਨੇ ਉਸ ਦੇ ਚਿੱਤ ਵਿੱਚ ਪਿਛਲੇ ਜਨਮ ਦੀ ਭਗਤੀ ਦਾ ਅੰਕੁਰ ਪਿਆ, ਬੀਜ ਪਿਆ, ਉਗਣ ਦੀ ਕੋਸ਼ਿਸ਼ ਕਰਦਾ ਹੈ। ਆਪਣੇ ਆਪ ਕੁਛ ਕਰ ਨਹੀਂ ਸਕਦੀ, ਮਨ ਇਹੋ ਜਿਹੀ ਬੇਵਲਤਾ ਹੋ ਕੇ ਤੜਪ ਕੇ ਰਹਿ ਜਾਂਦਾ ਹੈ। ਸੋ ਜਦੋਂ ਇਹੋ ਜਿਹਾ ਸਮਾਂ ਆਉਂਦਾ ਹੈ, ਅਵਾਸ਼ੀ ਮਹਾਂਪੁਰਖ ਦਾ ਮਿਲਾਪ ਹੁੰਦਾ ਹੈ। ਪੂਰਵ ਕਰਮ ਅੰਕੁਰ ਜਪ ਪ੍ਰਗਟੇ, ਭੇਟਿਓ ਪੁਰਖ ਰਸਿਕ ਵੈਰਾਗੀ। ਉਹਨਾਂ ਤੋਂ ਸਿੱਖਿਆ ਮਿਲ ਕੇ ਇਸ ਮਾਰਗ ਤੇ ਚੱਲ ਪੈਂਦਾ ਹੈ। ਸਤੋਂ ਦੇ ਸੰਤਾਂ ਨੇ ਤੋਂ ਤਗਨ ਕਾ ਪਾਪਣ ਸਾਰੀ, ਸਤੋਂ ਦੇ ਸੰਤਾਂ ਨੇ ਤੋਂ ਤਗਨ ਕਾ ਪਾਪਣ ਸਾਰੀ।
और शासन शब्द विच गुरु जी मन रे पर शब्द विचारो जे सिमरत लंकासी उधरी तां कहो जसपुर घर। प्रभु दी शरण गिर के जिन्होंने वाहिगुरू की बंदगी की उसदे हो के उस अवस्था नूं दुखों तो बरी हुंदे लोग सुखी तो लोग सवेले हुंदे। इस शब्द विच गुरु जी ने प्रमाण दिते हैं। हुण चूंकि वक्त इजाजत नहीं दिंदा इस वास्ते सारे गुरु स्तोत्र पढ़ो। धन है धन है गुरु नानक साहिब धन धन